हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 13ਵੇਂ ਚੈਪਟਰ ਜੋ ਕਿ ਸਾਡੀ 5ਵੀਂ ਸਟੋਰੀ ਹੈ ਅਟੈਕ ਬਾਏ ਪਿਟਬੁਲਸ, ਜਿਸ ਨੂੰ ਕਿ ਐਲਨ ਰੈਨਕਿਨ ਨੇ ਲਿਖਿਆ ਹੋਇਆ ਹੈ। ਇਸ ਸਟੋਰੀ ਦੀ ਅਸੀਂ ਅੱਜ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਸਟੋਰੀ ਦੀ ਸੀਰੀਜ਼ ਦੀ ਸਾਡੀ ਦੂਸਰੀ ਵੀਡੀਓ ਹੋਏਗੀ। ਇਸ ਚੈਪਟਰ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਇਸ ਸਟੋਰੀ ਦੇ ਰਾਈਟਰ ਐਲਨ ਰੈਨਕਿਨ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਪੜ੍ਹਿਆ ਹੈ ਅਤੇ ਨਾਲ ਹੀ ਇਸ ਸਟੋਰੀ ਦੇ ਪਹਿਲੇ 11 ਪੈਰਿਆਂ ਨੂੰ ਅਸੀਂ ਡਿਸਕਸ ਕੀਤਾ ਹੈ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਮੈਂ ਇਹਨਾਂ ਪੈਰਿਆਂ ਦੇ ਵਿੱਚ ਜੋ ਵੀ ਡਿਫਿਕਲਟ ਵਰਡਸ ਆਏ ਨੇ ਉਹ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਇਸੇ ਤਰ੍ਹਾਂ ਬੱਚਿਓ, ਇਸ ਸਟੋਰੀ ਦੇ ਟੈਕਸਟ ਦੇ ਐਂਡ ਤੇ ਦਿੱਤੀ ਹੋਈ ਗਲੋਸਰੀ ਦੇ ਵਿੱਚ ਹਰ ਪੈਰੇ ਦੇ ਵਿੱਚ ਜੋ ਵੀ ਡਿਫਿਕਲਟ ਵਰਡਸ ਆਏ ਨੇ ਉਹਨਾਂ ਨੂੰ ਵੀ ਮੈਂ ਨਾਲੋਂ ਨਾਲ ਐਕਸਪਲੇਨ ਕੀਤਾ ਹੈ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ। ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਤਾਂ ਕਿ ਤੁਸੀਂ ਬਾਕੀ ਰਹਿੰਦੀ ਹੋਈ ਸਟੋਰੀ ਦਾ ਟੈਕਸਟ ਚੰਗੀ ਤਰ੍ਹਾਂ ਸਮਝ ਪਾਓ। 12th para. Less than a minute had passed. As he would strike at one dog, the other would leap and slash, gnashing teeth, finding their mark. ਕਹਿੰਦੇ 1 ਮਿੰਟ ਨਹੀਂ ਗੁਜ਼ਰਦਾ ਸੀ। 1 ਮਿੰਟ ਦੇ ਗੁਜ਼ਰਨ ਤੋਂ ਪਹਿਲਾਂ ਲੈਸ ਦੈਨ ਅ ਮਿੰਟ ਹੈਡ ਪਾਸਡ, ਜਦੋਂ ਉਹ ਇੱਕ ਡੌਗ ਨੂੰ ਸਟ੍ਰਾਈਕ ਕਰਦਾ, ਸਟ੍ਰਾਈਕ ਦਾ ਮਤਲਬ ਤੇ ਸੱਟ ਮਾਰਦਾ, ਚਾਹੇ ਕਰਾਟੇ ਨਾਲ ਚਾਹੇ ਕਿੱਕ ਨਾਲ। ਦੀ ਅਦਰ ਵੁੱਡ ਲੀਪ ਐਂਡ ਸਲੈਸ਼, ਦੂਜਾ ਉਸ ਤੇ ਲੀਪ ਕਰਦਾ, ਉਸ ਤੇ ਜੰਪ ਮਾਰਦਾ, ਐਂਡ ਸਲੈਸ਼ ਅਤੇ ਉਸ ਨੂੰ ਕੱਟਦਾ, ਕਿਉਂਕਿ ਦੰਦ ਤਾਂ ਲੱਗਦੇ ਹੀ ਸੀ ਨਾ। ਸਲੈਸ਼ ਦਾ ਮਤਲਬ ਕੱਟ ਮਾਰਨਾ, ਤਾਂ ਉਸ ਨੂੰ ਕੱਟਦਾ। ਕਿਵੇਂ? ਨੈਸ਼ਿੰਗ ਟੀਥ, ਨੈਸ਼ਿੰਗ ਦਾ ਮਤਲਬ ਹੁੰਦਾ ਜਦੋਂ ਡੌਗ ਦੰਦ ਨੂੰ ਪੀਚਦੇ ਜੇ ਹੁੰਦੇ ਆ ਨਾ, ਆਵਾਜ਼ ਆਉਂਦੀ, ਉਹਨੂੰ ਕਹਿੰਦੇ ਨੈਸ਼ਿੰਗ ਟੀਥ। ਤੇ ਫਿਰ ਉਹ ਫਾਈਂਡਿੰਗ ਦੇਅਰ ਮਾਰਕ, ਤੇ ਜਿੱਥੇ ਉਹਨਾਂ ਨੇ ਕੱਟ ਮਾਰਿਆ ਹੁੰਦਾ ਸੀਗਾ ਨਾ, ਉਸੇ ਮਾਰਕ ਦੇ ਉੱਪਰ ਫਿਰ ਜੰਪ ਮਾਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਡੌਗ ਨੂੰ ਪਤਾ ਹੈ ਵੀ ਇੱਥੇ ਵੀਕ ਹੈ ਇਹ। ਜਿੱਥੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਕੱਟ ਮਾਰਿਆ ਹੁੰਦਾ ਸੀ, ਉਸੇ ਫਾਈਂਡਿੰਗ ਦੇਅਰ ਮਾਰਕ, ਉਸੇ ਨਿਸ਼ਾਨ ਦੇ ਉੱਪਰ ਉਹ ਫਿਰ ਜੰਪ ਮਾਰਨ ਦੀ ਕੋਸ਼ਿਸ਼ ਕਰਦੇ। ਇੱਕ ਮਾਰਦਾ ਡੌਗ, ਉਹਨੂੰ ਕਰਦੇ ਹੋਏ ਸਟ੍ਰਾਈਕ ਕਰਦਾ ਪਿੱਛੇ, ਦੂਜਾ ਨਾਲ ਦੀ ਨਾਲ ਫਿਰ ਜੰਪ ਮਾਰਦਾ। ਤਾਂ 1 ਮਿੰਟ ਦੇ ਵਿੱਚ ਦੇਖੋ, ਇੱਕ ਡੌਗ ਉਸ ਤੇ ਜੰਪ ਲੈ ਰਿਹਾ ਹੈ, ਦੂਜੇ ਮਿੰਟ ਦੂਜਾ ਲੈ ਰਿਹਾ ਹੈ, ਐਵੇਂ ਚੱਲ ਰਿਹਾ ਹੈ ਕੰਮ। ਬਲੱਡ ਸੀਪ ਥਰੂ ਹਿਸ ਸਵੈਟ ਪੈਂਟਸ, ਤਾਂ ਹੁਣ ਜਿਹੜਾ ਬਲੱਡ ਹੈ, ਨੈਚੁਰਲੀ ਕੱਟ ਲੱਗ ਗਿਆ ਉਹਦੇ, ਤਾਂ ਹੁਣ ਉਹ ਜਿਹੜਾ ਬਲੱਡ ਹੈ ਉੱਥੋਂ ਕੱਟ ਤੋਂ ਉਹ ਸੀਪ ਕਰ ਰਿਹਾ, ਰਿਸਦਾ ਹੋਇਆ ਉਸ ਦੀ ਜਿਹੜੀ ਸਵੈਟ ਪੈਂਟਸ ਹੈ, ਪੈਂਟ ਦੇ ਵਿੱਚੋਂ ਦੀ ਹੁਣ ਬਲੱਡ ਵੀ ਸੀਪ ਕਰਨ ਲੱਗ ਗਿਆ, ਕਿਉਂਕਿ ਕੱਟ ਵੱਜ ਗਏ ਉਹਦੇ। ਐਂਡ ਦਾ ਟੇਸਟ ਮੇਡ ਦਾ ਡੌਗਸ ਕ੍ਰੇਜ਼ੀ ਫॉर ਮੋਰ, ਕਿਉਂਕਿ ਹੁਣ ਜਿਹੜੇ ਡੌਗਸ ਨੇ ਉਹਨਾਂ ਨੂੰ ਉਹਦੇ ਖੂਨ ਦਾ ਸਵਾਦ ਪੈ ਗਿਆ। ਇੱਕ ਤਾਂ ਭੁੱਖੇ ਨੇ ਉਹ, ਇੱਕ ਉਹਨਾਂ ਨੇ ਕੱਟ ਮਾਰਤਾ, ਕੱਟ ਮਾਰ ਕੇ ਹੁਣ ਉਹਨਾਂ ਦੀ ਬਲੱਡ ਦੀ ਤਾਂ ਉਹਨਾਂ ਨੂੰ ਟੇਸਟ ਹੋ ਗਿਆ। ਹੁਣ ਉਹ ਡੌਗਸ ਹੋਰ ਕ੍ਰੇਜ਼ੀ ਹੋ ਗਏ, ਉਹਨੂੰ ਖੂਨ ਲੱਗ ਗਿਆ ਨਾ ਡੌਗਸ ਦੇ। ਡੌਗਸ ਪਹਿਲਾਂ ਹੀ ਭੁੱਖੇ ਨੇ, ਉਹ ਹੋਰ ਜ਼ਿਆਦਾ ਕ੍ਰੇਜ਼ੀ ਹੋ ਰਹੇ ਨੇ, ਪਾਗਲ ਹੋ ਰਹੇ ਨੇ। ਦੇ ਪਾਊਂਡਡ ਐਟ ਹਿਮ ਵਿਦ ਇਨਕਰੀਜ਼ਿੰਗ ਫਿਊਰੀ, ਪਾਊਂਡ ਦਾ ਮਤਲਬ ਉਵੇਂ ਜੰਪ ਮਾਰ ਰਹੇ ਨੇ। ਜੰਪ ਮਾਰਦੇ ਜਿਹੜੀ ਆਵਾਜ਼ ਆਉਂਦੀ ਹੈ ਉਹਨੂੰ ਆਪਾਂ ਪਾਊਂਡ ਕਰਨਾ ਕਹਿੰਦੇ ਆ, ਤਾਂ ਉਹਦੀ ਆਵਾਜ਼ ਆ ਰਹੀ ਹੈ ਬਾਰ-ਬਾਰ, ਇਨਕਰੀਜ਼ਿੰਗ ਫਿਊਰੀ। ਅਤੇ ਹਰ ਜੰਪ 'ਚ ਉਹਨਾਂ ਦਾ ਜਿਹੜਾ ਐਂਗਰ ਹੈ, ਫਿਊਰੀ ਦਾ ਮਤਲਬ ਹੁੰਦਾ ਗੁੱਸਾ, ਐਂਗਰ, ਉਹ ਵੱਧਦਾ ਜਾ ਰਿਹਾ ਹੈ, ਕਿਉਂਕਿ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਹਨੂੰ ਨੋਚੀਏ, ਖਾਈਏ, ਲੇਕਿਨ ਉਹ ਪੂਰਾ ਸੰਘਰਸ਼ ਕਰ ਰਿਹਾ। ਤਾਂ ਹੁਣ ਉਹ ਗੁੱਸੇ 'ਚ ਆ ਰਹੇ ਨੇ ਡੌਗਸ ਹੋਰ ਜ਼ਿਆਦਾ। ਦੇਅਰ ਕੋਲਡ ਗਲਾਸੀ ਬਲੈਕ ਆਈਜ਼ ਬੋਰਿੰਗ ਇਨਟੂ ਹਿਜ਼ ਵਿਦ ਅ ਮਾਈਂਡਲੈਸ ਫਿਕਸਟੀ ਆਫ ਪਰਪਸ, ਹੁਣ ਉਹਨਾਂ ਦੀਆਂ ਅੱਖਾਂ ਦਾ ਜ਼ਿਕਰ ਹੋ ਰਿਹਾ, ਜਿਹੜੀਆਂ ਡੌਗਸ ਦੀਆਂ ਕੋਲਡ, ਬਿਲਕੁਲ ਠੰਡੀਆਂ। ਤੇ ਕੋਲਡ ਦਾ ਮਤਲਬ ਜਿਨ੍ਹਾਂ 'ਚ ਕੋਈ ਫੀਲਿੰਗ ਨਹੀਂ ਹੈ, ਇਹਦਾ ਮਤਲਬ ਇਹ ਹੈ। ਗਲਾਸੀ ਬਲੈਕ ਆਈਜ਼, ਗਲਾਸ ਵਰਗੀਆਂ, ਸ਼ੀਸ਼ੇ ਵਰਗੀਆਂ ਜਿਹੜੀਆਂ ਉਹਦੀਆਂ ਕਾਲੀਆਂ ਅੱਖਾਂ ਨੇ, ਉਹ ਉਸ ਨੂੰ ਐਂ ਦੇਖ ਰਹੀਆਂ ਨੇ ਵਿਦ ਅ ਮਾਈਂਡਲੈਸ ਫਿਕਸਟੀ ਆਫ ਪਰਪਸ। ਇਹਦੇ ਉੱਪਰ 3 ਨਿਸ਼ਾਨ ਪਿਆ ਹੋਇਆ, ਇਹਦੇ ਨੀਚੇ 3 ਦਾ ਮਤਲਬ ਹੈ ਡਿਟਰਮੀਨੇਸ਼ਨ। ਡਿਟਰਮੀਨੇਸ਼ਨ ਦਾ ਮਤਲਬ ਹੈ 5 ਦਾ ਨਿਸ਼ਾਨ ਪਿਆ ਹੋਇਆ, ਤਾਂ ਇਹਦਾ ਮਤਲਬ ਹੈ ਕਿ ਪੂਰੇ ਡਿਟਰਮੀਨੇਸ਼ਨ ਦੇ ਨਾਲ ਪੂਰਾ ਉਹਨਾਂ ਨੇ ਨਿਸ਼ਚਾ ਕਰਿਆ ਹੋਇਆ ਡੌਗਸ ਨੇ, ਲੈ ਕੇ ਅਜੇ ਇਹਨੂੰ ਖਾਵਾਂਗੇ ਖਾਵਾਂਗੇ। ਇਸ ਤਰੀਕੇ ਨਾਲ ਡੌਗਸ ਦੀਆਂ ਅੱਖਾਂ ਉਸ ਨੂੰ ਦੇਖ ਰਹੀਆਂ ਨੇ। ਫੋਰਡ ਵਾਜ਼ ਲੁਕਿੰਗ ਇਨਟੂ ਦਾ ਆਈਜ਼ ਆਫ ਡੈਥ, ਤੇ ਜਦੋਂ ਫੋਰਡ ਉਹਨਾਂ ਦੀਆਂ ਅੱਖਾਂ ਵੱਲ ਦੇਖਦਾ ਸੀ, ਇਹਨੂੰ ਐਂ ਲੱਗਦਾ ਸੀ ਕਿ ਆਈ ਐਮ ਲੁਕਿੰਗ ਐਟ ਦਾ ਆਈਜ਼ ਆਫ ਮਾਈ ਡੈਥ, ਕਿ ਮੇਰੀ ਮੌਤ ਹੈ ਇਹਨਾਂ ਅੱਖਾਂ 'ਚ ਲਿਖੀ ਹੋਈ। ਉਸ ਨੂੰ ਆਪਣੀ ਮੌਤ ਦਿਖ ਰਹੀ ਸੀਗੀ। ਕੁਝ ਵਰਡਸ ਹੈ ਜੀ ਗਲੋਸਰੀ 'ਚ। ਨੈਸ਼, ਮੈਂ ਤੁਹਾਨੂੰ ਦੱਸਿਆ ਸੀ, ਗ੍ਰਾਈਂਡ ਵਨਸ ਟੀਥ ਟੂਗੈਦਰ, ਜਦੋਂ ਨੈਸ਼ ਦਾ ਮਤਲਬ ਟੀਥ ਨੂੰ ਆਪਸ 'ਚ ਭਿੜਾ ਕੇ ਜਿਹੜੀ ਆਵਾਜ਼ ਕੱਢਦੇ ਆ ਡੌਗਸ, ਉਹਨੂੰ ਕਹਿੰਦੇ ਆ। ਕ੍ਰੇਜ਼ੀ ਮੈਡ ਨੂੰ ਕਹਿੰਦੇ ਨੇ, ਪਾਗਲ ਹੋਏ ਇਨਸਾਨ ਨੂੰ ਜਾਂ ਡੌਗਸ ਨੂੰ ਇੱਥੇ ਕਿਹਾ ਗਿਆ। 13th ਪੈਰਾ, ਇਟ ਇਜ਼ ਹੋਪਲੈਸ ਹੀ ਥੌਟ, ਉਹਨੂੰ ਲੱਗਦਾ ਕਿ ਹੋਪਲੈਸ ਹੈ, ਕੋਈ ਆਸ ਨਹੀਂ ਹੈ ਮੇਰੇ ਬਚਨ ਦੀ। ਉਹ ਇੱਕ ਲਾਈਨ ਪਹਿਲਾਂ ਵੀ ਕਿਹਾ ਗਿਆ ਸੀ ਕਿ ਮੈਨੂੰ ਮੌਤ ਦਿਖ ਰਹੀ ਸੀਗੀ, ਤਾਂ ਇਟ ਇਜ਼ ਹੋਪਲੈਸ, ਉਹਨੂੰ ਐਂ ਲੱਗਦਾ ਕਿ ਕੋਈ ਆਸ ਨਹੀਂ ਹੈ।
but filtering into the nightmare came the long ago voice of his papa. परंतु ਹੁਣ ਉਹਦਾ ਦੇਖੋ ਨਾਈਟਮੇਅਰ ਚੱਲ ਰਿਹਾ ਹੈ, ਨਾਈਟਮੇਅਰ ਹੀ ਹੈ। ਨਾਈਟਮੇਅਰ ਕੀ ਹੁੰਦਾ ਹੈ? ਫਰਾਈਟਨਿੰਗ ਡ੍ਰੀਮ, ਡਰਾਉਣਾ ਸੁਪਨਾ, ਉਹਨੂੰ ਆਪਾਂ ਕਹਿੰਦੇ ਆ ਨਾਈਟਮੇਅਰ। ਤੁਹਾਡੀ ਇਹ ਗਲੋਸਰੀ 'ਚ ਵੀ ਹੈ। 13ਵੇਂ 'ਚ ਇੱਕੋ ਹੀ ਵਰਡ ਆਇਆ, ਨਾਈਟਮੇਅਰ, ਫਰਾਈਟਨਿੰਗ ਡ੍ਰੀਮ, ਡਰਾਉਣਾ ਸੁਪਨਾ। ਇਹੋ ਜਿਹਾ ਕੰਮ ਤਾਂ ਸੁਪਨੇ 'ਚ ਹੀ ਹੁੰਦਾ ਹੈ ਵੀ ਤੁਹਾਡੇ ਤੇ ਕੋਈ ਸ਼ੇਰ ਤੁਹਾਨੂੰ ਅਟੈਕ ਕਰ ਰਿਹਾ ਹੈ, ਡੌਗਸ ਤੁਹਾਨੂੰ ਅਟੈਕ ਕਰ ਰਿਹਾ ਹੈ, ਤਾਂ ਹੁਣ ਉਹ ਜਿਹੜਾ ਡਰਾਉਣਾ ਸੁਪਨਾ ਉਹਦੇ ਸਾਹਮਣੇ ਹੈ, ਨਾਈਟਮੇਅਰ। ਹੁਣ ਇਸ ਨਾਈਟਮੇਅਰ ਦੇ ਵਿੱਚੋਂ ਇੱਕ ਫਿਲਟਰ ਹੋ ਕੇ, ਇਹਦੇ ਵਿੱਚੋਂ ਦੀ ਲੰਘ ਕੇ ਉਸਦੇ ਪਾਪਾ ਦੀ ਇੱਕ ਕਹੀ ਹੋਈ ਗੱਲ, ਬਹੁਤ ਦੇਰ ਪਹਿਲਾਂ ਦੀ ਕਹੀ ਹੋਈ ਗੱਲ ਉਸ ਨੂੰ ਸੁਣਦੀ ਹੈ। ਦੇਖੋ ਕੋਈ ਨਾ ਕੋਈ ਤਾਂ ਸ਼ਕਤੀ ਆਉਂਦੀ ਹੈ ਨਾ ਕਿਤੋਂ, ਤਾਂ ਉਸਦੇ ਪਾਪਾ ਦੀ ਉਹ ਗੱਲ ਆਉਂਦੀ ਹੈ ਇਸ ਨਾਈਟਮੇਅਰ ਚੋਂ। ਸਨ, ਪੁੱਤਰ, ਟੂ ਸਰਵਾਈਵ ਇਨ ਦਿਸ ਵਰਲਡ, ਇਸ ਸੰਸਾਰ ਦੇ ਵਿੱਚ ਜੀਣ ਦੇ ਲਈ, ਸਰਵਾਈਵ ਕਰਨ ਦੇ ਲਈ, ਯੂ ਗੋਟਾ ਕੀਪ ਟਰਾਈਂਗ ਟੂ ਡੂ ਮੋਰ ਦੈਨ ਯੂ ਥੌਟ ਯੂ ਐਵਰ ਕੁਡ। ਤੈਨੂੰ ਉਸ ਕੋਸ਼ਿਸ਼ ਨਾਲੋਂ ਜ਼ਿਆਦਾ ਟਰਾਈ ਕਰਨੀ ਪਊਗੀ ਜਿੰਨੀ ਤੂੰ ਕਰ ਸਕਦਾ ਹੈ ਕੋਸ਼ਿਸ਼। ਸੇਮ ਇਹੀ ਲਾਈਨ ਇੰਟਰੋਡਕਟਰੀ ਪੈਰਾਗ੍ਰਾਫ 'ਚ ਆਈ ਸੀ, ਤਾਂ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਵੀ ਇਹ ਲਾਈਨ ਆਈ ਸੀ, ਮੈਂ ਤੁਹਾਨੂੰ ਕਾਫੀ ਡਿਟੇਲ ਸਮਝਾਈ ਸੀ ਉਹਨੂੰ। ਤਾਂ ਜੀ 14th ਪੈਰਾਗ੍ਰਾਫ ਹੈ ਕਿ wobbling on weakened legs, Ford fended off another mad rush of the dogs. ਵੋਬਲ ਦਾ ਮਤਲਬ ਹੁੰਦਾ ਨਾ ਜਿਵੇਂ ਜਦੋਂ ਕੋਈ ਚੀਜ਼ ਹਿਲਦੀ ਜੁਲਦੀ ਜੀ ਰਹੇ, ਸਟੈਡੀ ਜੀ ਨਾ ਹੋਵੇ, ਉਹਨੂੰ ਕਹਿੰਦੇ ਨੇ ਵੋਬਲਿੰਗ। ਵੈਸੇ ਤੁਹਾਡੇ ਗਲੋਸਰੀ 'ਚ ਵੀ ਹੈ ਇਹ। ਤਾਂ 14 ਦੇ ਵਿੱਚ ਕਾਫੀ ਸਾਰੇ ਵਰਡਸ ਆਏ। ਵੋਬਲ ਵਰਬ ਹੈ ਜੀ, ਮੂਵ ਅਨਸਟੈਡਲੀ ਫਰੋਮ ਸਾਈਡ ਟੂ ਸਾਈਡ। ਅਨਸਟੈਡਲੀ, ਸਟੈਡਲੀ ਦਾ ਉਲਟ ਹੁੰਦੀ ਹੈ, ਕੋਈ ਚੀਜ਼ ਸਟੈਡੀ ਨਾ ਹੋਵੇ ਨਾ, ਸਟੈਡੀ ਸਮਝਦੇ ਹੋ, ਹਾਂ, ਸਟੇਬਲ ਨਾ ਹੋਵੇ ਹੈ ਨਾ, ਤੇ ਉਹ ਹਿਲਦੀ ਜੁਲਦੀ ਜੀ ਰਹੇ, ਉਸ ਨੂੰ ਆਪਾਂ ਕਹਿੰਦੇ ਆ ਵੋਬਲ। ਫੈਂਡ ਆਫ ਵੀ ਆਇਆ ਹੈ। ਫੈਂਡ ਆਫ ਦਾ ਮਤਲਬ ਹੁੰਦਾ ਡਿਫੈਂਡ ਵਨ ਸੈਲਫ ਫਰੋਮ, ਜਦੋਂ ਕੋਈ ਆਪਣੇ ਆਪ ਨੂੰ ਡਿਫੈਂਡ ਕਰਦਾ ਹੈ, ਬਚਾਉਂਦਾ ਹੈ। ਆਪਣੀਆਂ ਵੀਕਐਂਡ ਲੈਗਸ ਤੇ ਖੜਾ ਹੈ। ਵੀਕਐਂਡ ਮਤਲਬ ਕਿ ਥੱਕੀਆਂ ਹੋਈਆਂ ਵਿਚਾਰੇ ਦੀਆਂ ਲੱਤਾਂ। ਕੌਣ? ਫੋਰਡ ਦੀ ਗੱਲ ਹੋ ਰਹੀ ਹੈ। ਇੱਕ ਵਾਰੀ ਫਿਰ ਆਪਣੇ ਆਪ ਨੂੰ ਬਚਾਉਂਦਾ ਹੈ। ਫੈਂਡਡ ਆਫ ਦਾ ਮਤਲਬ ਮੈਂ ਤੁਹਾਨੂੰ ਹੁਣੇ ਦੱਸਿਆ, ਡਿਫੈਂਡ ਕਰਦਾ ਹੈ। ਮੈਡ ਰਸ਼ ਆਫ ਦਾ ਡੌਗਸ, ਡੌਗ ਦੇ ਇੱਕ ਹੋਰ ਮੈਡ ਰਸ਼ ਤੋਂ, ਇੱਕ ਹੋਰ ਅਟੈਕ ਤੋਂ। ਰਸ਼ ਦਾ ਮਤਲਬ ਇੱਥੇ ਕੀ ਹੈ? ਜਿਹੜੇ ਡੌਗ ਬਾਰ-ਬਾਰ ਉਸ ਤੇ ਅਟੈਕ ਕਰ ਰਹੇ ਨੇ, ਭੱਜ ਭੱਜ ਕੇ ਉਹਦੇ ਕੋਲੇ ਆ ਰਹੇ ਨੇ। ਹੀ ਰੇਜ਼ਡ ਫੋਰ ਦਾ ਨੀਅਰੈਸਟ ਟਰੀ, ਹੁਣ ਵਿਚਾਰੇ ਕੋਲੇ ਹੋਰ ਕੋਈ ਚਾਰਾ ਨਹੀਂ, ਤਾਂ ਉਹ ਥੱਕ ਗਿਆ ਵਿਚਾਰਾ, ਤਾਂ ਇੱਕਦਮ ਉਹ ਭੱਜਣ ਦੀ ਕੋਸ਼ਿਸ਼ ਕਰਦਾ ਨੇੜੇ ਦੇ ਕਿਸੇ ਦਰਖਤ ਦੇ ਕੋਲ। ਰੇਸ ਲਾਉਂਦਾ ਹੈ, ਦੌੜਦਾ ਹੈ। 6 ਮੀਟਰਸ ਅਵੇ, ਜੋ ਕਿ ਉਹ ਦਰਖਤ ਉਸ ਤੋਂ ਸਿਰਫ 6 ਮੀਟਰ ਦੂਰ ਹੁੰਦਾ ਹੈ। 6 ਮੀਟਰ ਕੋਈ ਬਹੁਤੀ ਵੱਡੀ ਡਿਸਟੈਂਸ ਨਹੀਂ ਹੁੰਦੀ। ਬਟ ਹੀ ਵਾਜ਼ ਟੂ ਸਲੋ। ਪਰ ਪ੍ਰੋਬਲਮ ਇਹ ਹੈ ਕਿ ਉਹ ਸਲੋ ਹੈ ਵਿਚਾਰਾ। ਇੱਕ ਤਾਂ ਪਹਿਲਾਂ ਹੀ ਥੱਕਿਆ ਹੋਇਆ ਸੀ ਉਹ ਜਦੋਂ ਹਿਲ ਤੇ ਚੜ ਕੇ ਆਇਆ ਸੀ, ਦੂਸਰਾ ਹੁਣ ਲਗਾਤਾਰ ਹਰ ਇੱਕ ਮਿੰਟ ਡੌਗ ਦੇ ਅਟੈਕ ਹੋ ਰਹੇ ਨੇ, ਉਹਨੂੰ ਆਪਣੇ ਆਪ ਨੂੰ ਬਚਾ ਰਿਹਾ ਹੈ, ਕਦੇ ਕਿੱਕ ਮਾਰ ਰਿਹਾ, ਕਦੇ ਕਰਾਟੇ ਨਾਲ ਹੱਥ ਨਾਲ ਪਰਾਂ ਧੱਕਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਥੱਕ ਤਾਂ ਪੂਰੀ ਤਰ੍ਹਾਂ ਗਿਆ ਉਹ। ਇੱਕ ਥਕਾਵਟ ਹੋਈ ਵੀ ਹੈ। ਇੱਕ ਡੌਗ ਉਸ ਤੋਂ ਨੈਚੁਰਲੀ ਜ਼ਿਆਦਾ ਫੁਰਤੀਲੇ ਨੇ। ਹੀ ਵਾਸ ਟੂ ਸਲੋ, ਬਹੁਤ ਜ਼ਿਆਦਾ ਸਲੋ ਹੈ ਦਰਖਤ ਤੱਕ ਪਹੁੰਚਣ ਦੇ ਲਈ। ਦਾ ਡੌਗਸ ਓਵਰਟੁਕ ਹਿਮ, ਜਿਹੜੇ ਡੌਗਸ ਨੇ ਉਹ ਪਹਿਲਾਂ ਉਹ ਤੋਂ ਪਹੁੰਚ ਜਾਂਦੇ ਨੇ, ਉਹਦੇ ਅੱਗੇ ਨੇ। ਸਨੈਪਿੰਗ ਐਟ ਹਿਜ਼ ਹੀਲਸ, ਤੇ ਉਸ ਦੀਆਂ ਅੱਡੀਆਂ ਵੱਲ, ਪੈਰਾਂ ਵੱਲ ਫੇਰ ਸਨੈਪ ਕਰਦੇ ਨੇ, ਝਪੱਟਾ ਮਾਰਦੇ ਨੇ ਉਹ। ਇਨ ਡੈਸਪਰੇਸ਼ਨ ਹੀ ਲੈਪਟ ਇਨਟੂ ਅ ਸਪਿਨਲੀ ਡੈਡ ਪਾਈਨ ਐਂਡ ਸਕ੍ਰੈਂਬਲਡ ਅਪਵਰਡਸ। ਉਹਨੂੰ ਡੈਸਪਰੇਸ਼ਨ ਦੇ ਵਿੱਚ, ਡੈਸਪਰੇਸ਼ਨ ਦਾ ਮਤਲਬ ਹੁੰਦਾ ਬੇਟਾ ਬਹੁਤ ਜ਼ਿਆਦਾ ਬੰਦਾ ਜਦੋਂ ਨਿਰਾਸ਼ ਹੋ ਜਾਏ ਉਸ ਨੂੰ ਕਹਿੰਦੇ ਨੇ ਨਿਰਾਸ਼ਾ। ਇਸ ਡੈਸਪਰੇਸ਼ਨ ਦੇ ਵਿੱਚ, ਨਿਰਾਸ਼ਾ ਦੇ ਵਿੱਚ ਉਹ ਇੱਕ ਡੈਡ ਪਾਈਨ ਹੈ। ਪਾਈਨ ਇੱਕ ਦਰਖਤ ਹੁੰਦਾ ਬੇਟਾ, ਪਾਈਨ ਟਰੀਜ਼ ਲੱਗੇ ਹੁੰਦੇ ਨੇ, ਤੁਸੀਂ ਕਈ ਘਰਾਂ ਦੇ ਵਿੱਚ ਦੇਖੇ ਹੋਣੇ। ਪਾਈਨ ਐਕਚੁਅਲੀ ਦੇਵਦਾਰ ਨੂੰ ਕਿਹਾ ਜਾਂਦਾ ਹੈ, ਜਿਹੜਾ ਦੇਵਦਾਰ ਦਾ ਟਰੀ ਹੈ ਉਸ ਨੂੰ ਪਾਈਨ ਟਰੀ ਕਹਿੰਦੇ ਆ। ਇੱਕ ਡੈਡ ਪਾਈਨ ਹੈ, ਜਮੇ ਖਤਮ ਹੋਇਆ ਹੋਇਆ ਪਾਈਨ ਹੈ। ਹੁਣ ਜਿਹੜਾ ਪਾਈਨ ਟਰੀ ਡੈਡ ਹੋਇਆ ਹੋਇਆ ਉਹਦੇ 'ਚ ਕੀ ਜਾਨ ਹੋਊਗੀ? ਨੈਚੁਰਲੀ ਬੇਜਾਨ ਜਿਹਾ ਇੱਕ ਪਾਈਨ ਟਰੀ ਖੜਾ ਹੈ। ਪਿੰਡਲੀ ਦਾ ਮਤਲਬ ਹੁੰਦਾ ਵੀ ਜਿਹੜਾ ਪਤਲਾ ਵੀ ਹੈ ਤੇ ਕਮਜ਼ੋਰ ਵੀ ਹੈ, ਉਹਨੂੰ ਕਹਿੰਦੇ ਨੇ। ਉਸ ਦੇ ਉੱਪਰ ਉਹ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਲੀਪ, ਲੀਪ ਦੀ ਦੂਜੀ ਫਾਰਮ ਲੱਗੀ ਹੈ ਲੈਪਟ। ਇੱਕ ਬੜੇ ਡੈਡ ਜੇ ਪਾਈਨ ਤੇ ਜੋ ਕਿ ਥਿਨ ਜਿਹਾ, ਮਰਿਆ ਜਿਹਾ, ਉਸ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਉਸ ਨਿਰਾਸ਼ਾ ਦੇ ਵਿੱਚ ਕਿ ਚਲੋ ਮੈਂ ਦਰਖਤ ਤੇ ਚੜ੍ਹ ਕੇ ਆਪਣੇ ਆਪ ਨੂੰ ਬਚਾ ਲਾਂ। ਦਾ ਟਰੀ ਬ੍ਰੋਕ, ਦਰਖਤ ਟੁੱਟ ਜਾਂਦਾ ਹੈ, ਉਹ ਤਾਂ ਪਹਿਲਾਂ ਹੀ ਡੈਡ ਹੈ। ਹੁਣ ਆਪਾਂ ਨੇ ਇਹ ਵੀ ਦੇਖਿਆ ਕਿ ਇਹ ਤਾਂ ਵਧੀਆ ਕੱਦ ਕਾਠ ਵਾਲਾ ਬੰਦਾ ਹੈ, ਸ਼ੁਰੂ 'ਚ ਆਪਾਂ ਦੇਖਿਆ ਉਹਦਾ ਭਾਰ ਨਹੀਂ ਸਹਾਰਦਾ, ਡੈਡ ਪਾਈਨ ਨੂੰ ਟੁੱਟ ਜਾਂਦਾ ਹੈ। ਥਰੋਇੰਗ ਹਿਮ ਇਨਟੂ ਅਨਦਰ ਸਕਿਨੀ ਪਾਈਨ, ਤੇ ਇਸ ਨੂੰ ਇੱਕ ਹੋਰ ਉਹਦੇ ਨਾਲ ਹੀ ਕੋਈ ਸਕਿਨੀ, ਸਕਿਨੀ ਦਾ ਮਤਲਬ ਪਤਲਾ ਜਿਹਾ, ਥਿਨ, ਸਕਿਨੀ ਪਾਈਨ ਖੜਾ ਹੈ, ਇੱਕ ਹੋਰ ਦਰਖਤ ਖੜਾ ਹੈ ਦੇਵਦਾਰ ਦਾ, ਉਹਦੇ ਉੱਪਰ ਸੁੱਟ ਦਿੰਦਾ ਉਹਨੂੰ। ਸਲੋਲੀ ਇਟ ਬਿਗੇਨ ਬੈਂਡਿੰਗ ਟੁਵਰਡਸ ਦਾ ਵੇਟਿੰਗ ਡੌਗਸ। ਹੁਣ ਉਹ ਜਿਹੜਾ ਸਕਿਨੀ ਪਾਈਨ ਹੈ ਉਹਦੇ 'ਚ ਵੀ ਜਾਨ ਹੈ ਨਹੀਂ, ਕਿਉਂਕਿ ਮਰਿਆ ਜਿਹਾ। ਸਕਿਨੀ ਦਾ ਮਤਲਬ, ਸਕਿਨੀ ਆਪਾਂ ਕਿਹਨੂੰ ਕਹਿੰਦੇ ਹਾਂ?
ਜਿਹੜਾ ਬੰਦੇ ਦਾ ਹੱਡੀਆਂ ਜਿਹੀਆਂ ਨਿਕਲੀਆਂ ਹੋਣ, ਪਤਲਾ ਜਿਹਾ ਹੋਵੇ, ਉਹਨੂੰ ਆਪਾਂ ਸਕਿਨੀ ਕਹਿੰਦੇ। ਹੁਣ ਉਹਦੇ ਉੱਪਰ ਗਿਰ ਜਾਂਦਾ ਉਹ, ਇੱਕ ਪਾਈਨ ਦੇ ਦਰਖਤ ਤੋਂ ਦੂਜੇ ਪਾਈਨ ਦੇ ਉੱਪਰ ਗਿਰ ਜਾਂਦਾ ਹੈ, ਕਿਉਂਕਿ ਇੱਕ ਪਾਈਨ ਟੁੱਟ ਗਿਆ, ਦੂਜੇ ਤੇ ਉਹ ਗਿਰ ਗਿਆ, ਉਹਨੇ ਚੱਲ ਉਹਨੂੰ ਵੀ ਫੜ ਲਿਆ, ਪਰ ਹੁਣ ਉਹਦੇ ਭਾਰ ਕਰਕੇ ਉਹ ਵੀ ਹੁਣ ਬੈਂਡ ਹੋਣਾ ਸ਼ੁਰੂ ਹੋ ਜਾਂਦਾ, ਜਿਹੜਾ ਦੂਜਾ ਸਕਿਨੀ ਪਾਈਨ ਹੈ। ਬੈਂਡਿੰਗ ਟੂਵਰਡਸ, ਤੇ ਕਿਹਦੇ ਵੱਲ ਬੈਂਡ ਹੋਣਾ ਸ਼ੁਰੂ ਹੋ ਜਾਂਦਾ? ਵੇਟਿੰਗ ਡੌਗਸ, ਜਿਹੜੇ ਥੱਲੇ ਡੌਗਸ ਖੜੇ ਨੇ ਉਹਦੇ ਵੱਲੋਂ ਬੈਂਡ ਹੋਣਾ ਸ਼ੁਰੂ ਹੋ ਜਾਂਦਾ। ਤਾਂ ਕੁਝ ਵਰਡਸ ਹੈ ਜੀ, ਉਹ ਵੀ ਬਾਕੀ ਵੀ ਦੇਖ ਲੈਂਦੇ ਆ ਜੋ ਗਲੋਸਰੀ ਚ ਆਏ ਹੈ। ਡੈਸਪਰੇਸ਼ਨ, ਇਟਸ ਅ ਨਾउन ਸਟੇਟ ਆਫ ਬੀਇੰਗ ਡੈਸਪਰੇਟ। ਮੈਂ ਤੁਹਾਨੂੰ ਦੱਸਿਆ ਜਦੋਂ ਨਿਰਾਸ਼ਾ ਚ ਹੁੰਦੇ ਆਪਾਂ ਉਹਨੂੰ ਡੈਸਪਰੇਸ਼ਨ ਕਹਿੰਦੇ ਆ। ਸਪਿੰਡਲੀ, ਵੈਰੀ ਲੌਂਗ ਔਰ ਟਾਲ ਐਂਡ ਥਿਨ, ਲੰਬਾ ਵੀ ਹੈ, ਥਿਨ ਵੀ ਹੈ, ਪਤਲਾ ਵੀ ਹੈ। ਸਪਿੰਡਲੀ ਜੋ ਪਾਈਨ ਦੇ ਲਈ ਆਇਆ ਹੈ। ਸਕ੍ਰੈਂਬਲ ਦਾ ਮਤਲਬ ਹੁੰਦਾ ਹੈ ਕਲਾਈਮ, ਚੜਨਾ, ਸਕ੍ਰੈਂਬਲ ਸ਼ਬਦ ਆਇਆ ਹੈ। ਸਕਿਨੀ, ਵੈਰੀ ਥਿਨ, ਬਹੁਤ ਜ਼ਿਆਦਾ ਪਤਲਾ, ਇਹ ਵਾਲੇ ਵਰਡਸ ਆਏ। 15th ਪੈਰਾ, ਦਿਸ ਕਾਂਟ ਬੀ ਹੈਪਨਿੰਗ ਹੀ ਥॉट, ਉਹ ਸੋਚਦਾ ਵੀ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ ਜਿਹੜਾ ਕੁਝ ਵਾਪਰ ਰਿਹਾ ਹੈ, ਵੀ ਇਹ ਵਾਪਰਨਾ ਨਹੀਂ ਚਾਹੀਦਾ ਮੇਰੇ ਨਾਲ। ਇਟ ਇਜ਼ ਅ ਸੀਨ ਆਊਟ ਆਫ ਅ ਹੌਰਰ ਮੂਵੀ, ਕਹਿੰਦੇ ਐ ਲੱਗਦਾ ਸੀ ਵੀ ਜਿਵੇਂ ਜਿਹੜਾ ਹੌਰਰ ਮੂਵੀ ਦਾ ਸੀਨ ਚੱਲ ਰਿਹਾ ਹੈ, ਕਹਿੰਦੇ ਐ ਲੱਗਦਾ ਸੀ ਜਿਵੇਂ ਕਿਸੇ ਹੌਰਰ ਮੂਵੀ ਦਾ ਸੀਨ ਚੱਲ ਰਿਹਾ, ਚੱਲ ਹੀ ਰਿਹਾ ਹੈ, ਹੌਰਰ ਮੂਵੀ ਹੋਈ ਹੈ, ਦੋ ਡੌਗਸ, ਪਿਟਬੁਲਸ ਉਹਦੇ ਪਿੱਛੇ ਪਏ ਹੋਏ ਹੈ, ਉਹ ਭੱਜਿਆ ਫਿਰ ਰਿਹਾ ਹੈ, ਲਹੂ ਲੁਹਾਨ ਵੀ ਹੋਇਆ ਪਿਆ। 16th, the tree kept on bending, ਹੁਣ ਉਹ ਜਿਹੜਾ ਟਰੀ ਹੈ ਉਹ ਝੁਕਦਾ ਹੀ ਜਾ ਰਿਹਾ ਹੈ। ਪਹਿਲਾਂ ਹੀ ਦੱਸਿਆ ਸਕਿਨੀ ਟਰੀ ਹੈ, ਉਹ ਪਾਈਨ ਟਰੀ ਹੈ ਸਕਿਨੀ। until his feet dangle about 2 meters from the ground, ਹੁਣ ਗਰਾਊਂਡ ਦੇ ਉੱਪਰ 2 ਮੀਟਰ ਰਹੇਗੀ ਸਿਰਫ ਫਰਕ, 2 ਮੀਟਰ ਕੋਈ ਬਹੁਤ ਜ਼ਿਆਦਾ ਡਿਸਟੈਂਸ ਨਹੀਂ ਹੁੰਦਾ। ਡੈਂਗਲ ਦਾ ਮਤਲਬ ਲਟਕਣਾ। the brown dog jumped and bit deep into his right leg near the knee, ਹੁਣ ਜਿਹੜਾ ਬਰਾਊਨ ਡੌਗ ਹੈ ਕਿਉਂ ਉਹਦੀ ਰੀਚ ਆ ਗਿਆ, ਉਹ 2 ਮੀਟਰ ਦੀ ਰੀਚ ਆ ਗਿਆ, ਉੱਥੇ ਤੱਕ ਉਹ ਛਾਲ ਮਾਰਦਾ ਹੈ 2 ਮੀਟਰ, ਉਹ ਜਿਹੜਾ ਬਰਾਊਨ ਡੌਗ ਹੈ, ਪਿਟਬੁਲ ਹੈ, ਤੇ ਉਸ ਦਾ ਜਿਹੜਾ ਸੱਜਾ ਗੋਡਾ ਹੈ, ਸੱਜੀ ਲੱਤ ਦਾ ਜਿਹੜਾ ਗੋਡਾ ਹੈ, ਉਹਦੇ ਕੋਲੇ ਇੱਕ ਡੂੰਘਾ ਕੱਟ ਮਾਰਦਾ ਦੰਦ ਨਾਲ। ਫੋਰਡ gasped as blood spouted from the wound, ਹੁਣ ਫੋਰਡ ਇੱਕ ਤਰ੍ਹਾਂ ਕਰਾਉਂਦਾ ਹੈ ਨਾ, ਗਾਸਪ ਦਾ ਮਤਲਬ ਕਰਾਉਣਾ, ਅਤੇ ਜਿਹੜਾ ਬਲੱਡ ਹੈ ਉਸ ਦੇ ਵੂੰਡ ਚੋਂ, ਜ਼ਖਮ ਚੋਂ ਸਪਾਊਟ ਕਰਕੇ ਨਿਕਲਦਾ ਨਾ। ਸਪਾਊਟ ਕੀ ਹੁੰਦਾ ਬੇਟਾ? ਸਪਾਊਟ ਨਾ, ਜਿਵੇਂ ਸਪੋਜ਼ ਕਰੋ ਚਾਹ ਦੀ ਕੇਤਲੀ ਦੇਖੀ ਹੈ ਤੁਸੀਂ, ਉਹਦੀ ਜਿਹੜੀ ਮੂਹਰੇ ਡੰਡੀ 'ਚ ਲੱਗੀ ਹੁੰਦੀ ਉਹਨੂੰ ਸਪਾਊਟ ਕਹਿੰਦੇ ਆ, ਜਾਂ ਈਵਨ ਕਿ ਟੂਟੀ ਦੀ ਜਿਹੜੇ ਮੂਹਰੇ ਲੱਗੀ ਹੁੰਦੀ ਹੈ ਜਿਸ ਚੋਂ ਪਾਣੀ ਨਿਕਲਦਾ ਉਹਨੂੰ ਵੀ ਸਪਾਊਟ ਕਹਿੰਦੇ ਆ। ਸਪਾਊਟ ਵੈਸੇ ਤਾਂ ਨਾउन ਹੈ, ਇੱਥੇ ਵਰਬ ਦੇ ਤੌਰ ਤੇ ਯੂਜ਼ ਹੋਇਆ, ਤਾਂ ਜਦੋਂ ਇੱਕ ਧਾਰ ਦੀ ਤਰ੍ਹਾਂ ਪਾਣੀ ਨਿਕਲੇ ਉਹਨੂੰ ਸਪਾਊਟ ਕਹਿੰਦੇ ਆ, ਤਾਂ ਧਾਰ ਦੇ ਵਾਂਗੂ ਉਹ ਜਿਹੜਾ ਖੂਨ ਹੈ ਉਹਦਾ ਨਿਕਲਣਾ ਸ਼ੁਰੂ ਹੋ ਜਾਂਦਾ। 17 only then did he fully comprehend, ਫਿਰ ਉਸ ਨੂੰ ਸਮਝ ਆਉਂਦੀ ਹੈ ਗੱਲ। fully comprehend ਦਾ ਮਤਲਬ ਹੁੰਦਾ ਹੈ ਸਮਝਣਾ, ਅੰਡਰਸਟੈਂਡ, ਉਹਨੂੰ ਇਹ ਗੱਲ ਸਮਝ ਆਉਂਦੀ ਹੈ। ਕੀ ਸਮਝ ਆਉਂਦੀ ਹੈ? these things really mean to destroy me, ਦੇਖੋ ਇਹ ਲਾਈਨ ਇਟੈਲਿਕਸ 'ਚ ਲਿਖੀਆਂ ਹੋਈਆਂ, ਥੋੜਾ ਜਿਹਾ ਡਿਫਰੈਂਟ ਸ਼ੇਪ ਦੇ ਕੇ ਲਿਖੀਆਂ ਹੋਈਆਂ, ਇਹਦਾ ਮਤਲਬ ਹੈ ਕਿ ਜ਼ੋਰ ਦੇ ਕੇ ਦੱਸਣਾ ਚਾਹੁੰਦਾ ਹੈ ਉਹ। ਜਿਹੜੀਆਂ ਚੀਜ਼ਾਂ ਨੇ these things, ਇੱਥੇ these things ਕਿਹਨੂੰ ਕਿਹਾ ਹੋਇਆ ਨਾ? ਡੌਗਸ ਨੂੰ ਕਿਹਾ ਹੋਇਆ, ਪਿਟਬੁਲਸ, ਕਿ ਜਿਹੜੀਆਂ ਪਿਟਬੁਲਸ ਹੈ ਇਹ ਮੈਨੂੰ ਖਤਮ ਕਰਨ ਤੇ ਤੁਲੇ ਹੋਏ ਨੇ, ਮੈਨੂੰ ਮਾਰ ਕੇ ਛੱਡਣਗੇ। the realization filled him with a towering rage and fired his body with adrenaline, ਹੁਣ ਇਹ ਜਦੋਂ ਉਹਦੇ ਅੰਦਰ ਸੋਚ ਆਉਂਦੀ ਹੈ, ਰੀਅਲਾਈਜੇਸ਼ਨ, ਇਹ ਜਿਹੜੀ ਸੋਚ ਜਦੋਂ ਉਸਦੇ ਅੰਦਰ ਆਉਂਦੀ ਹੈ ਤਾਂ ਉਹ ਫਿਰ ਬਹੁਤ ਹੀ ਜ਼ਿਆਦਾ ਗੁੱਸੇ ਨਾਲ ਭਰ ਜਾਂਦਾ ਹੈ। ਟਾਵਰਿੰਗ ਰੇਜ, ਟਾਵਰਿੰਗ ਮਤਲਬ ਬਹੁਤ ਜ਼ਿਆਦਾ, ਰੇਜ ਦਾ ਮਤਲਬ ਐਂਗਰ, ਤਾਂ ਬਹੁਤ ਜ਼ਿਆਦਾ ਉਹਦੇ ਅੰਦਰ ਗੁੱਸਾ ਆ ਜਾਂਦਾ ਹੈ, ਅਤੇ ਫਿਰ ਉਹਦੀ ਬੋਡੀ ਦੇ ਵਿੱਚ ਐਡਰੀਨਲਿਨ ਦਾ ਸੰਚਾਰ ਹੋਣਾ ਲੱਗਦਾ ਹੈ, ਸੰਚਾਰ ਹੋਣ ਲੱਗਦਾ ਹੈ ਨਾ। ਐਡਰੀਨਲਿਨ ਦੇ ਉੱਪਰ 6 ਪਾਇਆ ਹੋਇਆ ਨੀਚੇ, ਇਹਦਾ ਮਤਲਬ ਹੈ ਜੀ ਇਟਸ ਅ ਹਾਰਮੋਨ ਪ੍ਰੋਡਿਊਸਡ ਬਾय ਦ ਐਡਰੀਨਲ ਗਲੈਂਡ that increases the heart rate and stimulates the nervous system, ਜਦੋਂ ਵੀ ਤੁਸੀਂ ਮੰਨ ਲਓ ਕੋਈ ਐਸੀ ਚੀਜ਼ ਦੇਖਦੇ ਹੋ ਕਿ ਤੁਹਾਡੀ ਹਾਰਟ ਰੇਟ ਵੱਧ ਜਾਵੇ, ਤਾਂ ਫਿਰ ਇੱਕ ਤੁਹਾਡੇ ਅੰਦਰ ਗਲੈਂਡ ਹੈ ਜਿਹਨੂੰ ਗ੍ਰੰਥੀ ਕਹਿੰਦੇ ਹੋ ਤੁਸੀਂ, ਐਡਰੀਨਲ ਗਲੈਂਡ ਹੈ, ਤਾਂ ਉਹ ਇੱਕ ਹਾਰਮੋਨ ਸਿਕਰੀਟ ਕਰਦੀ ਹੈ। ਇਹ ਤਾਂ ਆਪਾਂ ਸਾਇੰਸ 'ਚ ਪੜ੍ਹਿਆ, ਗ੍ਰੰਥੀਆਂ ਹਾਰਮੋਨ ਛੱਡਦੀਆਂ ਨੇ, ਉਸ ਹਾਰਮੋਨ ਨੂੰ ਐਡਰੀਨਲਿਨ ਕਹਿੰਦੇ ਆ। ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਹਾਰਟ ਰੇਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਹੁਣ ਹਾਰਟ ਰੇਟ ਕਿਵੇਂ ਵਧੂਗੀ? ਜਾਂ ਤਾਂ ਡਰ ਨਾਲ, ਜਾਂ ਤੁਸੀਂ ਕੋਈ ਇਹੋ ਜਿਹਾ ਕੰਮ ਕਰ ਲਿਆ ਬੜਾ ਜ਼ੋਰ ਲਾ ਕੇ, ਉਦੋਂ ਕੋਈ ਖੇਡਦਾ ਬੰਦਾ, ਭੱਜਦਾ ਦੌੜਦਾ, ਉਦੋਂ ਵੀ ਹਾਰਟ ਰੇਟ ਵੱਧਦੀ ਹੈ, ਡਰ ਨਾਲ ਵੀ ਵੱਧ ਜਾਂਦੀ ਹੈ, ਤਾਂ ਉਦੋਂ ਫਿਰ ਸਾਡੇ ਬੋਡੀ ਦੇ ਅੰਦਰ ਐਡਰੀਨਲ ਜਿਹੜੀ ਗਲੈਂਡ ਹੈ ਉਹ ਐਡਰੀਨਲਿਨ ਹਾਰਮੋਨ ਪ੍ਰੋਡਿਊਸ ਕਰਦੀ ਹੈ। ਤਾਂ ਇੱਥੇ ਉਹੀ ਐਡਰੀਨਲਿਨ ਦੀ ਗੱਲ ਕੀਤੀ ਗਈ ਹੈ ਕਿ ਹੁਣ ਉਹਦੇ ਅੰਦਰ ਇਹ ਐਡਰੀਨਲਿਨ ਵਾਲਾ ਜਿਹੜਾ ਹਾਰਮੋਨ ਹੈ ਉਹਦਾ ਸੰਚਾਰ ਸ਼ੁਰੂ ਹੋ ਜਾਂਦਾ ਹੈ। ਹੀ ਡ੍ਰੌਪ ਟੂ ਦਾ ਗਰਾਊਂਡ, ਉਸ ਜ਼ਮੀਨ ਤੇ ਆ ਜਾਂਦਾ ਹੈ, ਕਿਉਂਕਿ ਪਹਿਲਾਂ 2 ਮੀਟਰ ਹੀ ਰਹਿ ਗਿਆ ਸੀ, ਹੋਰ ਝੁਕਦਾ ਝੁਕਦਾ ਗਰਾਊਂਡ ਤੇ ਆ ਜਾਂਦਾ ਹੈ। ਐਂਡ ਗਰੋਇੰਗ ਐਂਡ ਬੈਲੋਇੰਗ ਲਾਈਕ ਦਾ ਡੌਗਸ ਦੈਮਸੈਲਵਸ ਕਿਕਡ ਐਂਡ ਫਲੇਡ ਐਟ them, ਹੁਣ ਉਹ ਵੀ ਗਰੋ ਕਰਨ ਲੱਗ ਜਾਂਦਾ ਹੈ ਜਿਵੇਂ ਡੌਗਸ ਕਰਦੇ ਆ, ਗੁਰਗੁਰਾਉਂਦੇ ਆ, ਉਹ ਵੀ ਗੁਰਗੁਰਾ ਰਹੇ ਹੈ।
ਐਂਡ ਬੈਲੋ, ਬੈਲੋ ਦਾ ਮਤਲਬ ਹੁੰਦਾ ਨਾ ਜਿਵੇਂ ਬਲਦ ਬੋਲਦਾ ਹੁੰਦਾ ਹੈ, ਬੁੱਲ ਬੋਲਦਾ ਹੁੰਦਾ ਹੈ ਨਾ, ਉਹਨੂੰ ਕਹਿੰਦੇ ਨੇ ਬੈਲੋ। ਤਾਂ ਉਸ ਤਰ੍ਹਾਂ ਬੋਲਣ ਲੱਗ ਜਾਂਦਾ ਹੈ। ਕਿੱਕ ਵੀ ਮਾਰਦਾ ਹੈ। ਫਲੇਲ, ਫਲੇਲ ਦਾ ਮਤਲਬ ਹੁੰਦਾ ਨਾ ਜਿਵੇਂ ਹਵਾ 'ਚ ਹੱਥ ਪੈਰ ਮਾਰਨੇ, ਐਵੇਂ ਐਵੇਂ ਕਰਨਾ। ਜਦੋਂ ਬੰਦਾ ਥੋੜਾ ਜਿਹਾ ਬਿਨਾਂ ਕੰਟਰੋਲ ਦੇ ਹੱਥ ਪੈਰ ਮਾਰੇ, ਲੱਤਾਂ ਬਾਹਾਂ ਮਾਰੇ, ਉਹਨੂੰ ਕਹਿੰਦੇ ਨੇ ਫਲੇਲ। ਫਿਰ ਉਹ ਇਹ ਕੰਮ ਕਰਦਾ ਹੈ, ਕੀ ਕਹਿੰਦਾ, ਇਫ ਯੂ ਆਰ ਗੋਇੰਗ ਟੂ ਕਿਲ ਮੀ, ਕਹਿੰਦੇ ਜੇਕਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ, ਉਹ ਡੌਗਸ ਨੂੰ ਕਹਿ ਰਿਹਾ ਹੈ। ਹੀ ਸਕਰੀਮਡ, ਉਹ ਚੀਕ ਮਾਰਦਾ ਹੈ, ਆਈ ਐਮ ਗੋਇੰਗ ਟੂ ਡਾਈ ਫਾਈਟਿੰਗ, ਕਹਿੰਦੇ ਫਿਰ ਮੈਂ ਲੜ ਕੇ ਮਰੂੰਗਾ। ਵੀ ਐ ਨਹੀਂ ਮਰਨ ਲੱਗਿਆ, ਵੀ ਜੇ ਤੁਸੀਂ ਦੋਨੇ ਮੈਨੂੰ ਤੁਲੇ ਹੋਏ ਹੋ ਮੈਨੂੰ ਮਾਰਨ ਦੇ ਲਈ, ਕੋਈ ਗੱਲ ਨਹੀਂ, ਮੈਂ ਵੀ ਲੜ ਕੇ ਹਟੂੰਗਾ, ਮੈਂ ਬਿਨਾਂ ਲੜੇ ਨਹੀਂ ਛੱਡਦਾ। ਸਟੂਡੈਂਟਸ, ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਕਵਰ ਕਰ ਚੁੱਕੇ ਹਾਂ। ਸਾਡੇ ਸਿਲੇਬਸ ਦੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਬਹੁਤ ਸਾਰੇ ਐਸੇ, ਜਿਨ੍ਹਾਂ ਵਿੱਚ ਪਹਿਲਾ ਐਸੇ ਵਾਰੀਅਰ ਅਗੇਂਸਟ ਵੀਡਸ, ਦੂਸਰਾ ਅ ਮੋਸਟ ਫॉरगिविंग एप, थर्ड अ यंग टर्किश कैटास्ट्रफी, फोर्थ अ टाइनी सेंचुरी, फिफ्थ मनो माजरा, सिक्स्थ जमैकन फ्रैगमेंट, सेवंथ द हेरिटेज ऑफ इंडिया, एट्थ गोल्ड इन द नॉर्थ, नाइन्थ ऐसे माई ग्रेटेस्ट ओलंपिक प्राइज, 10th ऐसे द ग्रीन रेवोल्यूशन। ਇਹ ਸਾਰੇ ਐਸੇ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਸਾਡੀ ਸੈਕਿੰਡ ਬੁੱਕ ਦ ਲਿਟਰੇਰੀ ਪੈਟਲਸ ਦੇ ਬਹੁਤ ਸਾਰੇ ਚੈਪਟਰਸ, ਜਿਨ੍ਹਾਂ ਦੇ ਵਿੱਚੋਂ ਕਾਫੀ ਸਾਰੀਆਂ ਸਟੋਰੀਜ਼ ਹੈ। ਪਹਿਲਾ ਚੈਪਟਰ ਹੈ ਜੀ हिंद की चादर, श्री गुरु तेग बहादुर जी। 4th चैप्टर है द गैम्बलिंग मैच। 7th चैप्टर है द इटर्नल वाई। 9th चैप्टर आफ्टर 20 ईयर्स ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਇਸੇ ਬੁੱਕ ਦੇ ਵਿੱਚ ਸ਼ਾਮਿਲ ਬਹੁਤ ਸਾਰੀਆਂ ਪੋਇਮਸ, ਜਿਵੇਂ ਕਿ ਸਾਡੀ ਪਹਿਲੀ ਪੋਇਮ ਬੋਰਡਰ ਗਾਰਡਸ, ਸੈਕਿੰਡ ਪੋਇਮ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਥਰਡ ਪੋਇਮ ਦ ਕੁਆਲਿਟੀ ਆਫ ਮਰਸੀ, ਫੋਰਥ ਪੋਇਮ ਦ ਫੈਂਸੀ ਡਰੈਸ ਸ਼ੋ, ਫਿਫਥ ਦ ਸੌਂਗ ਆਫ ਇੰਡੀਆ, 6ਵੀਂ ਪੋਇਮ ਦ ਟਰੀ ਫੈਲ ਡਾਊਨ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਕੁਐਸਚਨ ਆਨਸਰਸ ਅਤੇ ਐਕਸਰਸਾਈਜ਼ ਦੀ ਸੋਲੂਸ਼ਨ ਦੇ ਵੀਡੀਓ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸ ਸਮੇਂ ਅਸੀਂ ਦ ਲਿਟਰੇਰੀ ਪੈਟਲਸ ਦਾ ਸਾਡਾ 12ਵਾਂ ਚੈਪਟਰ ਅਟੈਕਡ ਬਾਏ ਪਿਟਬੁਲਸ ਇਹ ਕੰਟੀਨਿਊ ਕੀਤਾ ਹੋਇਆ ਹੈ। ਤਾਂ ਸਟੂਡੈਂਟਸ, ਜੇਕਰ ਤੁਸੀਂ ਇਹ ਸਾਰੇ ਚੈਪਟਰਸ ਦੇ ਵੀਡੀਓਜ਼ ਦੇਖਣੇ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। 18th ਪੈਰਾ, the thick undergrowth made it hard for the dogs to get at him। ਹੁਣ ਤੁਸੀਂ ਜ਼ਰਾ ਥੋੜਾ ਜਿਹਾ ਸੀਨ ਦੇਖੋ ਕਿ ਸੀਨ ਕਿਦਾਂ ਦਾ ਹੈ, ਕਿ ਇਹ ਇੱਕ ਪਾਈਨ ਟਰੀ ਦੇ ਉੱਪਰ, ਸੌਰੀ ਹੁਣ ਤਾਂ ਪਾਈਨ ਟਰੀ ਤੋਂ ਥੱਲੇ ਆ ਗਿਆ ਇਹ, ਤੇ ਜਿੱਥੇ ਆਇਆ ਇਹ ਪਾਈਨ ਟਰੀ ਤੋਂ ਥੱਲੇ, ਉੱਥੇ ਅੰਡਰਗਰੋਥ ਹੈ, ਝਾੜੀਆਂ ਨੇ, ਤੇ ਇਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਿਹਾ, ਹੱਥ ਪੈਰ ਵੀ ਮਾਰ ਰਿਹਾ, ਕਿੱਕ ਵੀ ਮਾਰ ਰਿਹਾ ਉਹਨਾਂ ਦੇ। ਤਾਂ ਜਿਹੜੀ ਥਿਕ ਅੰਡਰਗਰੋਥ ਹੈ ਉਸ ਜਗ੍ਹਾ ਤੇ ਨਾ ਝਾੜੀਆਂ ਨੇ, ਥਿਕ ਅੰਡਰਗਰੋਥ ਦਾ ਮਤਲਬ ਝਾੜੀਆਂ, ਇਹ ਡੌਗਸ ਦੇ ਲਈ ਥੋੜਾ ਜਿਹਾ ਔਖਾ ਹੋ ਗਿਆ ਪਕੜਨਾ ਝਾੜੀਆਂ ਦੇ ਕਰਕੇ, ਕਿਉਂਕਿ ਡੌਗਸ ਜਦੋਂ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਆ ਤਾਂ ਝਾੜੀਆਂ ਵੀ ਵਿੱਚ ਆਉਂਦੀਆਂ ਨੇ, ਇਹ ਝਾੜੀਆਂ ਦੇ ਵਿੱਚ ਖੜਾ ਹੈ, ਤਾਂ ਇਸ ਕਰਕੇ ਥੋੜਾ ਜਿਹਾ ਔਖਾ ਹੋ ਗਿਆ ਡੌਗਸ ਨੂੰ ਪਕੜਨਾ। ਮੇਡ ਇਟ ਹਾਰਡ ਫॉर द डॉग्स। फ्रस्ट्रेटेड एट being held off so long they went at each other। ਹੁਣ ਹੋਇਆ ਕੀ, ਹੁਣ ਇਹ ਡੌਗਸ ਫਰਸਟ੍ਰੇਟ ਹੋ ਗਏ ਦੋਨੇ ਜਣੇ, ਕਿਉਂਕਿ ਕਾਫੀ ਦੇਰ ਤੱਕ ਇਹ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ। ਇੱਥੇ ਇੱਕ ਵਰਡ ਆਇਆ, ਫਰੇਜ਼ ਆਇਆ ਹੈਲਡ ਆਫ। ਜਿਹੜਾ ਹੋਲਡ ਆਫ ਹੈ ਨਾ, ਹੈਲਡ ਤਾਂ ਉਹਦੀ ਦੂਜੀ ਵਰਬ ਹੈ ਨਾ ਹੋਲਡ ਦੀ, ਤਾਂ ਹੋਲਡ ਆਫ ਹੈ, ਇਹਦਾ ਮਤਲਬ ਹੁੰਦਾ ਵੀ ਜਦੋਂ ਕਾਫੀ ਦੇਰ ਬੀਤ ਜਾਵੇ, ਬਲੌਕ ਹੋ ਜਾਏ ਕੋਈ ਕੰਮ, ਉਹਨੂੰ ਕਹਿੰਦੇ ਨੇ। ਹੁਣ ਬਹੁਤ ਦੇਰ ਤੱਕ ਇਹ ਉਹਦੀ ਪਕੜ ਤੋਂ ਬਾਹਰ ਹੈ ਡੌਗਸ ਦੀ। ਹੁਣ ਇਹ ਜਿਹੜੇ ਡੌਗਸ ਨੇ ਇਹ ਇੱਕ ਦੂਜੇ ਨੂੰ ਭੌਂਕਣ ਲੱਗ ਗਏ, ਇੱਕ ਦੂਜੇ ਨਾਲ ਲੜਨ ਲੱਗ ਗਏ। ਦੇ ਵੈਂਟ ਐਟ ਈਚ ਅਦਰ, ਇੱਕ ਦੂਜੇ ਨੂੰ ਉਹ ਲੜਨ ਲੱਗ ਗਏ। ਦਿਸ ਟਾਈਮ ਫੋਰਡ ਮੇਡ ਇਟ ਟੂ ਅ ਲਾਰਜ ਪਾਈਨ। ਤਾਂ ਇਹਨੂੰ ਥੋੜਾ ਜਿਹਾ ਟਾਈਮ ਮਿਲਦਾ ਹੈ, ਕਿਉਂਕਿ ਜਦੋਂ ਦੋਨੇ ਡੌਗਸ ਆਪਸ ਚ ਉਲਝ ਗਏ, ਉਹ ਫਰਸਟ੍ਰੇਟ ਹੋ ਗਏ ਡੌਗਸ। ਜਾਨਵਰ ਤਾਂ ਜਾਨਵਰ ਹੈ, ਹੁਣ ਉਹਨਾਂ ਨੇ ਇਹ ਸਕੀਮ ਥੋੜੀ ਲਾਈ, ਹੁਣ ਦਿਮਾਗ ਥੋੜੀ ਲਾਣਗੇ ਵੀ ਆਪਾਂ ਹੁਣ ਰਲ ਕੇ ਆਪਾਂ ਕੋਈ ਸਕੀਮ ਲਾਈਏ ਵੀ ਹੁਣ ਕੀ ਕਰੀਏ। ਤਾਂ ਜਾਨਵਰ ਤਾਂ ਜਾਨਵਰ ਹੈ, ਇੱਕ ਦੂਜੇ ਨਾਲ ਹੀ ਲੜਨ ਲੱਗ ਗਏ। ਇਨ ਬਿਟਵੀਨ ਇਹਨੂੰ ਟਾਈਮ ਮਿਲਿਆ ਤਾਂ ਫੋਰਡ ਇੱਕ ਵੱਡੇ ਪਾਈਨ ਵੱਲ ਗਿਆ, ਕਿਉਂਕਿ ਜਿਹੜੇ ਪਹਿਲੇ ਪਾਈਨ ਤੇ ਸੀ ਉਹ ਤਾਂ ਛੋਟਾ ਪਾਈਨ ਸੀਗਾ ਨਾ, ਉਹਨੇ ਤਾਂ ਝੁੱਕ ਕੇ ਉਹਨੂੰ ਥੱਲੇ ਘੇਰਤਾ ਸੀ। ਇਹਨੇ ਸੋਚਿਆ ਹੁਣ ਮੈਂ ਇੱਕ ਵੱਡੇ ਪਾਈਨ ਦੇ ਉੱਪਰ ਚੜ ਜਾ, ਲਾਰਜ ਪਾਈਨ। ਕ੍ਰਿਪਲਡ ਐਜ਼ ਹੀ ਵਾਸ, ਹੁਣ ਆਲਰੇਡੀ ਬੇਟਾ ਉਹ ਕ੍ਰਿਪਲਡ ਹੈ। ਕ੍ਰਿਪਲ ਮਤਲਬ ਸੱਟ ਲੱਗੀ ਹੋਈ ਆ ਉਹਦੇ, ਕਿੱਥੇ ਸਾਨੂੰ ਪਤਾ ਹੈ ਸੱਜਾ ਗੋਡਾ ਹੈ, ਉੱਥੇ ਉਹ ਸੱਟ ਖਾ ਬੈਠਿਆ। ਈਵਨ ਕਿ ਉੱਪਰ ਵੀ ਨੈਕ ਕੋਲੇ ਵੀ ਉਹਦੇ ਪਹਿਲਾਂ ਖੂਨ ਨਿਕਲ ਰਿਹਾ ਸੀ, ਤਾਂ ਕਈ ਜਗ੍ਹਾ ਉਹਦੇ ਦੰਦ ਲੱਗੇ ਹੋਏ ਹੈ। He tried to climb up its broad trunk। ਹੁਣ ਤੁਹਾਨੂੰ ਪਤਾ ਹੈ ਕਿਸੇ ਵੀ ਪੌਦੇ ਦੀ
ਇੱਕ ਮੋਟਾ ਤਣਾ ਹੁੰਦਾ ਜ਼ਰੂਰ ਹੈ, ਬ੍ਰੌਡ ਟਰੰਕ, ਤਾਂ ਉਹ ਮੋਟੇ ਟਰੰਕ ਤਣੇ ਵੱਲ ਜਾਣ ਦੀ ਕੋਸ਼ਿਸ਼ ਕਰਦਾ ਹੈ, ਚੜਨ ਦੀ ਕੋਸ਼ਿਸ਼ ਕਰਦਾ ਉਹਦੇ ਤੇ, ਬਟ ਸਪ੍ਰਿੰਗਿੰਗ ਫਰੋਮ ਬਿਹਾਈਂਡ, ਪਰ ਪਿੱਛੋਂ ਝਪਟਦੇ ਹੋਏ, ਛਲੰਗ ਮਾਰਦੇ ਹੋਏ, ਸਪ੍ਰਿੰਗਿੰਗ, ਦਾ ਗ੍ਰੇ ਡੌਗ ਸੀਜ਼ਡ ਹਿਜ਼ ਰਾਈਟ ਐਂਕਲ, ਜਿਹੜਾ ਗ੍ਰੇ ਡੌਗ ਹੈ ਉਹ ਉਸਦੇ ਰਾਈਟ ਐਂਕਲ ਨੂੰ ਸੀਜ਼ ਕਰ ਲੈਂਦਾ, ਪਕੜ ਲੈਂਦਾ। ਉਹੀ ਸੱਜੀ ਲੱਤ ਜਿਹਦੇ ਉੱਪਰ ਪਹਿਲਾਂ ਯਾਦ ਕਰੋ ਜਿਹੜਾ ਨੀ ਸੀਗਾ ਉੱਥੇ ਉਹਦੇ ਸੱਟ ਲੱਗੀ ਹੋਈ ਹੈ, ਉਸੇ ਸੱਜੀ ਲੱਤ ਦਾ ਜਿਹੜਾ ਐਂਕਲ, ਐਂਕਲ ਸਮਝਦੇ ਹੋ, ਟਖਨਾ ਕਹਿੰਦੇ ਆ ਉਹਨੂੰ, ਜਿਹਨੂੰ ਆਪਾਂ ਹਿੰਦੀ 'ਚ ਫੀਟ ਜਾ ਕੇ ਲੱਤ ਦੇ ਨਾਲ ਜੁੜਦਾ, ਇਹਨੂੰ ਗਿੱਟਾ ਕਹਿੰਦੇ, ਕੀ ਕਹਿੰਦੇ ਇਹਨਾਂ ਗਿੱਟਾ ਜੋ ਵੀ ਇਹਨੂੰ ਕਹਿੰਦੇ ਨੇ, ਉੱਥੋਂ ਉਹਨੂੰ ਫੜ ਲੈਂਦਾ ਜੀ ਉਹ। ਟੀਥ ਲੌਕਡ ਔਨ ਦਾ ਬੋਨ, ਹੁਣ ਜਿਹੜੇ ਡੌਗ ਦੇ ਜਿਹੜੇ ਟੀਥ ਹੈ ਉਹ ਬੋਨ ਦੇ ਉੱਪਰ ਲੌਕਡ ਹੋ ਜਾਂਦੇ, ਫਸ ਜਾਂਦੇ ਆ। ਤੁਹਾਨੂੰ ਪਤਾ ਐਂਕਲ ਦੀ ਸ਼ੇਪ ਹੀ ਇਹੋ ਜਿਹੀ ਹੁੰਦੀ ਹੈ ਕਿ ਜੇ ਐਂਕਲ ਏਦਾਂ ਦਾ ਹੁੰਦਾ ਐ ਫਸ ਜਾਂਦੇ ਆ ਉਹਦੇ ਤੇ। ਦਾ ਡੌਗ ਹੰਗ ਔਨ, ਹੁਣ ਜਿਹੜਾ ਡੌਗ ਹੈ ਉਹ ਹੰਗ ਔਨ, ਹੈਂਗ ਔਨ, ਹੈਂਗ ਔਨ ਦਾ ਮਤਲਬ ਹੁੰਦਾ ਹੈ ਕਿ ਪਕੜੀਓ ਰੱਖਦਾ ਉਹਨੂੰ ਟਾਈਟਲੀ, ਜਦੋਂ ਆਪਾਂ ਕਿਸੇ ਨੂੰ ਪਕੜ ਲੈਣਾ ਉਹਨੂੰ ਹੈਂਗ ਔਨ ਕਰਨਾ ਕਹਿੰਦੇ ਆ, ਇਟਸ ਅ ਫਰੇਜ਼, ਤਾਂ ਉਸ ਨੂੰ ਪਕੜੀਓ ਰੱਖਦਾ, ਛੱਡਦਾ ਨਹੀਂ। ਸਪਿਨਿੰਗ ਐਂਡ ਜਰਕਿੰਗ ਇਨ ਦਾ ਏਅਰ, ਏਅਰ ਦੇ ਵਿੱਚ ਉਸ ਨੂੰ ਸਪਿਨ ਕਰਦਾ ਰਹਿੰਦਾ, ਘੁਮਾਉਂਦਾ ਰਹਿੰਦਾ ਹੈ, ਤੇ ਨਾਲ ਜਰਕ ਝਟਕੇ ਦੀ ਵੀ ਮਾਰਦਾ ਰਹਿੰਦਾ ਹੈ। ਕਾਹਦੇ ਲਈ? ਟਰਾਈਂਗ ਟੂ ਟੀਅਰ ਦਾ ਫੁੱਟ ਆਫ, ਕਿ ਉਸਦਾ ਜਿਹੜਾ ਫੁੱਟ ਹੈ ਉਸ ਨੂੰ ਉਤਾਰਦਾ, ਮੈਂ ਟੀਅਰ ਕਰਦਾ, ਬੋਡੀ ਤੋਂ ਵੱਖ ਕਰਦਾ, ਇਹ ਕੋਸ਼ਿਸ਼ ਹੁੰਦੀ ਹੈ ਗ੍ਰੇ ਡੌਗ ਦੀ। ਦਾ ਪੇਨ ਵਾਜ਼ ਐਕਸਕਰੂਸ਼ੀਏਟਿੰਗ, ਐਕਸਕਰੂਸ਼ੀਏਟਿੰਗ ਦਾ ਮਤਲਬ ਹੁੰਦਾ ਇੰਟੈਂਸ, ਬਹੁਤ ਜ਼ਿਆਦਾ ਪੇਨ। ਤਾਂ ਤੁਹਾਨੂੰ ਪਤਾ ਬੇਟਾ ਹੁਣ ਦੰਦ ਖੁੱਬੇ ਹੋਏ ਆ ਇੱਕ ਪਿਟਬੁਲ ਦੇ, ਬਹੁਤ ਜ਼ਿਆਦਾ ਪਹਿਲਾਂ ਹੀ ਪੇਨ ਹੋ ਰਹੀ ਹੈ, ਹੁਣ ਹੋਰ ਜ਼ਿਆਦਾ ਪੇਨ ਹੋ ਗਈ ਉਹਦੇ ਅੱਗੇ। ਪਹਿਲਾਂ ਸੱਜੇ ਗੋਡੇ ਤੇ ਸੱਟ ਲੱਗੀ ਹੋਈ ਆ ਉਹਦੇ, ਪਹਿਲਾਂ ਨੈਕ ਤੋਂ ਵੀ ਖੂਨ ਵਹਿ ਰਿਹਾ ਹੈ, ਹੁਣ ਉਹਦਾ ਐਂਕਲ ਵੀ ਫੜ ਲਿਆ ਗ੍ਰੇ ਡੌਗ ਨੇ, ਤਾਂ ਪੇਨ ਤਾਂ ਇੰਟੈਂਸ ਹੈ। ਐਕਸਕਰੂਸ਼ੀਏਟਿੰਗ ਤੁਹਾਡਾ ਵਰਡ ਗਲੋਸਰੀ 'ਚ ਵੀ ਹੈ। ਤਾਂ ਉੱਪਰ ਵੀ 17ਵੇਂ ਦੇ ਆਏ ਸੀ, ਆਪਾਂ ਦੇਖ ਲੈਂਦੇ ਹਾਂ। ਕੰਪਰੀਹੈਂਡ ਦਾ ਮਤਲਬ ਹੁੰਦਾ ਜੀ ਅੰਡਰਸਟੈਂਡ, ਮੈਂ ਤੁਹਾਨੂੰ ਦੱਸਿਆ ਸੀ, ਸਮਝਣਾ। ਬੈਲੋ, ਬੁੱਲ ਲਾਈਕ ਸਾਊਂਡ, ਨੋਇਜ਼ ਲਾਈਕ ਅ ਸਾਊਂਡ, ਡੀਪ ਲਾਊਡ ਸਾਊਂਡ, ਵੱਡੀ ਸਾਊਂਡ, ਜਿਵੇਂ ਇੱਕ ਬੁੱਲ ਆਵਾਜ਼ ਕਰਦਾ ਉਹਨੂੰ ਕਹਿੰਦੇ ਨੇ। ਫਲੇਲ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਹੱਥ ਪੈਰ ਮਾਰਦਾ ਬਿਨਾ ਕੋਈ ਕੰਟਰੋਲ ਤੋਂ, ਉਹਨੂੰ ਕਹਿੰਦੇ ਆ ਸਵਿੰਗ ਅਬਾਊਟ ਵਾਈਲਡਲੀ, ਵਾਈਲਡਲੀ ਮਤਲਬ ਐਨ ਪਾਗਲ ਜਿਹੇ ਵਾਂਗੂ ਹੋ ਕੇ ਹੱਥ ਪੈਰ ਮਾਰਨੇ। 18ਵੇਂ 'ਚ ਇੱਕੋ ਹੀ ਵਰਡ ਹੈ ਜੀ, ਐਕਸਕਰੂਸ਼ੀਏਟਿੰਗ ਦਾ ਮਤਲਬ ਹੁੰਦਾ ਇੰਟੈਂਸ ਪੇਨ, ਫਿਜ਼ੀਕਲ ਔਰ ਮੈਂਟਲ, ਇਹ ਮੈਂਟਲ ਵੀ ਹੋ ਸਕਦੀ ਹੈ। ਐਕਸਕਰੂਸ਼ੀਏਟਿੰਗ ਦਾ ਮਤਲਬ ਮੈਂਟਲ ਵੀ ਹੋ ਸਕਦਾ ਹੈ, ਕਿਸੇ ਨੂੰ ਮੈਂਟਲ ਪੇਨ ਹੋਵੇ ਤਾਂ ਉਸ ਨੂੰ ਵੀ ਆਪਾਂ ਕਹਿੰਦੇ ਹਾਂ, ਫਿਜ਼ੀਕਲ ਤਾਂ ਹੋ ਹੀ ਸਕਦੀ ਹੈ। 19th ਪੈਰਾ, ਫੋਰਡ ਸਟਰਗਲ ਟੂ ਸ਼ੇਕ ਦਾ ਡੌਗ ਲੂਜ਼, ਹੁਣ ਤੁਹਾਨੂੰ ਪਤਾ ਹੈ ਕਿ ਡੌਗ ਨੇ ਉਸ ਦਾ ਪੈਰ ਫੜਿਆ ਹੋਇਆ ਹੈ, ਆਪਾਂ 18ਵੇਂ ਪੈਰੇ 'ਚ ਫੜਿਆ ਸੀਗਾ ਗ੍ਰੇ ਡੌਗ ਨੇ, ਤੇ ਉਸਦੇ ਜਿਹੜੇ ਟੀਥ ਹੈ ਉਹ ਵੀ ਖੁੱਬੇ ਹੋਏ ਆ ਉਸਦੇ ਗਿੱਟੇ 'ਚ। ਹੁਣ ਜਿਹੜਾ ਫੋਰਡ ਹੈ ਉਹ ਕੋਸ਼ਿਸ਼ ਕਰਦਾ ਹੈ, ਸੰਘਰਸ਼ ਕਰਦਾ ਹੈ ਕਿ ਡੌਗ ਤੋਂ ਖਹਿੜਾ ਛੁਡਾ ਲੇ, ਢਿੱਲਾ ਛੁਡਾ ਲੇ ਉਸ ਤੋਂ, ਸ਼ੇਕ ਕਰਦਾ ਆਪਣੇ ਆਪ ਨੂੰ। ਫਾਈਨਲੀ ਥੈਂਕਸ ਟੂ ਫੋਰਡ ਹੈਵੀ ਵੂਲ ਸੌਕਸ ਦਾ ਬੀਸਟ ਟੰਬਲਡ ਫ੍ਰੀ, ਪਰ ਕੀ ਹੁੰਦਾ ਨਾ ਕਿ ਫੋਰਡ ਨੇ ਹੈਵੀ ਵੂਲ ਸੌਕਸ ਪਾਈਆਂ ਹੁੰਦੀਆਂ ਨੇ, ਵੂਲ ਦੀਆਂ, ਉੱਨ ਦੀਆਂ ਬਣੀਆਂ ਹੋਈਆਂ ਸੌਕਸ ਕੀ ਹੁੰਦੀਆਂ, ਜੁਰਾਬਾਂ ਪਾਈਆਂ ਹੁੰਦੀਆਂ ਨੇ, ਕਾਫੀ ਹੈਵੀ ਹੁੰਦੀਆਂ ਨੇ। ਤਾਂ ਜਿਹੜਾ ਬੀਸਟ ਹੈ, ਇੱਥੇ ਬੀਸਟ ਉਸੇ ਗ੍ਰੇ ਡੌਗ ਨੂੰ ਹੀ ਕਿਹਾ ਗਿਆ ਜਿਸ ਨੇ ਕਿ ਉਸਦਾ ਫੜ ਰੱਖਿਆ। ਉਸ ਗ੍ਰੇ ਡੌਗ ਨੇ ਉਹ ਇੱਕਦਮ ਲੜਖੜਾਉਂਦਾ ਹੈ, ਟੰਬਲ ਦਾ ਮਤਲਬ ਹੁੰਦਾ ਬੇਟਾ ਲੜਖੜਾਉਣਾ, ਅਤੇ ਫਿਰ ਉਹ ਫ੍ਰੀ ਹੋ ਜਾਂਦਾ। ਕੌਣ ਭਲਾ? ਫੋਰਡ। ਬਸ ਉਹਨੂੰ ਮੌਕਾ ਮਿਲਦਾ ਹੈ, ਉਹ ਹਲਕੀ ਜਿਹੀ ਉਹਦੀ ਪਕੜ ਘੱਟ ਹੁੰਦੀ ਹੈ ਤੇ ਉਸਦੇ ਜਵਾੜੇ 'ਚ ਉਸਦਾ ਪੈਰ ਨਿਕਲ ਜਾਂਦਾ। ਫੋਰਡ ਮੈਨੇਜ ਟੂ ਰੀਚ ਅ ਲਿੰਬ ਅ ਕਪਲ ਆਫ ਮੀਟਰਸ ਫਰੋਮ ਦਾ ਗਰਾਊਂਡ, ਤੁਹਾਨੂੰ ਪਤਾ ਹੈ ਫੋਰਡ ਇੱਕ ਦਰਖਤ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਕੰਮ ਹੋਇਆ। ਤਾਂ ਫੋਰਡ ਉਸ ਗਰਾਊਂਡ ਤੋਂ ਕੁਝ ਮੀਟਰ ਉੱਪਰ ਇੱਕ ਲਿੰਬ ਤੱਕ ਪਹੁੰਚਣ 'ਚ ਕਾਮਯਾਬ ਹੋ ਜਾਂਦਾ ਹੈ, ਮੈਨੇਜਡ। ਹੁਣ ਇੱਥੇ ਲਿੰਬ ਦੇ ਉੱਪਰ 8 ਨੰਬਰ ਪਾਇਆ, ਤੁਹਾਡੇ ਨੀਚੇ ਲਿਖਿਆ ਹੋਇਆ ਫੁੱਟਨੋਟਸ 'ਚ। ਮੇਨ ਬ੍ਰਾਂਚ ਆਫ ਆ ਟਰੀ, ਜਿਹੜੀ ਟਰੀ ਦੀ ਮੇਨ ਬ੍ਰਾਂਚ ਹੁੰਦੀ ਹੈ, ਕਾਫੀ ਮਜ਼ਬੂਤ ਹੁੰਦੀ ਹੈ, ਉੱਥੇ ਤੱਕ ਉਹ ਪਹੁੰਚ ਜਾਂਦਾ। ਐਂਡ ਦੇਅਰ ਐਗਜ਼ੌਸਟਿਡ ਹੀ ਕੰਪਲਡ ਅਗੇਂਸਟ ਦਾ ਟਰੰਕ, ਅਤੇ ਹੁਣ ਐਗਜ਼ੌਸਟ ਹੋਇਆ ਹੋਇਆ, ਐਗਜ਼ੌਸਟ ਦਾ ਮਤਲਬ ਬਹੁਤ ਜ਼ਿਆਦਾ ਥੱਕਿਆ ਹੋਇਆ, ਮਤਲਬ ਦੋ ਹੁੰਦੇ ਆ, ਇੱਕ ਤਾਂ ਥੱਕਣਾ ਹੁੰਦਾ ਨਾ, ਇੱਕ ਹੁੰਦਾ ਐਗਜ਼ੌਸਟ ਹੋ ਜਾਣਾ, ਬਿਲਕੁਲ ਥੱਕ ਕੇ ਚੂਰ ਹੋ ਜਾਣਾ ਕਿ ਬੰਦੇ 'ਚ ਹਿੰਮਤ ਹੀ ਨਾ ਹੋਵੇ ਇੱਕ ਕਦਮ ਵੀ ਪੈਰ ਅੱਗੇ ਰੱਖਣ ਦੀ, ਉਹਨੂੰ ਆਪਾਂ ਐਗਜ਼ੌਸਟ ਕਹਿੰਦੇ ਹਾਂ। ਤੁਹਾਨੂੰ ਪਤਾ ਨਾ ਕਿ ਦੋ ਤਰ੍ਹਾਂ ਦੇ ਇੰਗਲਿਸ਼ ਵਰਡਸ ਆਉਂਦੇ, ਮੈਂ ਕਈ ਵਾਰੀ ਤੁਹਾਨੂੰ ਦੱਸਿਆ, ਇੱਕ ਵਾਰੀ ਵੀਕ ਵਰਡਸ ਹੁੰਦੇ ਆ, ਇੱਕ ਸਟਰੋਂਗ ਵਰਡਸ ਹੁੰਦੇ ਆ। ਹੁਣ ਆਪਾਂ ਫਟੀਗਡ ਕਹਿ ਦਿੰਦੇ ਆ, ਇਟਸ ਅ ਵੀਕ ਵਰਡ, ਹਰ ਕੋਈ ਬੰਦਾ ਥੱਕ ਜਾਂਦਾ। ਜੇ ਆਪਾਂ 10 ਮਿੰਟ 15 ਮਿੰਟ ਖੜੇ ਰਹੀਏ ਜਾਂ ਇੱਕੋ ਪੋਸਚਰ 'ਚ ਬੈਠੇ ਰਹੀਏ, ਆਪਾਂ ਹਲਕਾ ਜਿਹਾ ਥਕਾਵਟ ਮਹਿਸੂਸ ਕਰਦੇ ਹਾਂ। ਐਗਜ਼ੌਸਟ ਫਟੀਗ ਤੋਂ ਵੱਡਾ ਵਰਡ ਹੈ। ਐਗਜ਼ੌਸਟ ਦਾ ਮਤਲਬ ਹੈ ਕਿ ਤੁਹਾਡੇ 'ਚ ਤਾਕਤ ਹੀ ਨਹੀਂ ਬਚੀ ਕੁਝ ਕਰਨ ਦੀ, ਉਹ ਹੋਇਆ ਹੋਇਆ ਉਹਦੇ ਨਾਲ। ਅਤੇ ਫਿਰ ਉਹ ਜਿਹੜੀ
ਟਰੰਕ ਹੈ, ਟਰੰਕ ਉਸੇ ਤਣੇ ਨੂੰ ਹੀ ਕਿਹਾ ਗਿਆ, ਉਹਦੇ ਨਾਲ ਲਿਪਟ ਕੇ ਬੈਠ ਜਾਂਦਾ ਹੈ। ਕਰੰਪਲ ਦਾ ਮਤਲਬ ਹੈ ਕਿ ਚੰਗੀ ਤਰ੍ਹਾਂ ਲਿਪਟ ਕੇ ਉਸ ਨਾਲ ਉਹ ਬੈਠ ਜਾਂਦਾ ਹੈ। ਸਟਿਲ ਦ ਡੌਗਸ ਕੇਮ ਔਨ, ਫਿਰ ਵੀ ਡੌਗਸ ਉਹਦੇ ਕੰਨੀ ਆ ਰਹੇ ਨੇ। ਦੇਖੋ ਕਿਵੇਂ, ਕਲੈਂਬਰਿੰਗ ਔਨ ਟੂ ਅ ਬੁਸ਼ੀ ਲਿਟਲ persimmon tree next to the pine, they jumped and slashed repeatedly, nearly reaching him again. ਕਲੈਂਬਰਿੰਗ ਦਾ ਮਤਲਬ ਹੁੰਦਾ ਬੇਟਾ ਕਲਾਈਮ ਕਰਨਾ। ਤਾਂ ਉਹ ਕੋਸ਼ਿਸ਼ ਨਾਲ ਜਿਹੜੇ ਡੌਗਸ ਹੈ ਉਹ ਚੜ੍ਹਦੇ ਨੇ ਕਿਹਦੇ ਤੇ, ਉਸ ਦੇ ਬਿਲਕੁਲ ਨਾਲ ਵਾਲਾ ਇੱਕ ਟਰੀ ਹੁੰਦਾ ਹੈ, ਨੈਕਸਟ ਟੂ ਦਾ ਪਾਈਨ। ਇਸ ਪਾਈਨ ਟਰੀ ਦੇ ਨਾਲ ਇੱਕ ਪਸੀਮਨ ਟਰੀ ਹੈ ਨਾ, ਪਸੀਮਨ ਟਰੀ ਤੁਹਾਡੇ ਗਲੋਸਰੀ 'ਚ ਹੈ। ਪਸੀਮਨ ਇੱਕੋ ਹੀ ਵਰਡ ਆਇਆ ਇਸ ਪੈਰੇ 'ਚ, ਉਹ ਹੈ ਅ ਟਰੀ ਵਿਦ ਲਾਰਜ ਔਰੇਂਜ ਰੈਡ ਪਲਮ ਲਾਈਕ ਐਡੀਬਲ ਫਰੂਟ। ਪਲਮ ਇੱਕ ਤਰ੍ਹਾਂ ਦਾ ਬੇਰ ਹੁੰਦਾ, ਉਹਨੂੰ ਆਪਾਂ ਕਹਿੰਦੇ ਆ। ਤਾਂ ਇੱਕ ਵੱਡਾ ਔਰੇਂਜ ਰੈਡ ਟਾਈਪ ਦਾ ਇੱਕ ਬੇਰ ਪਲਮ ਵਾਲਾ ਜਿਹੜਾ ਟਰੀ ਹੈ ਉਸ ਨੂੰ ਆਪਾਂ ਕਹਿੰਦੇ ਆ ਪਸੀਮਨ ਟਰੀ। ਤਾਂ ਹੁਣ ਤੁਸੀਂ ਥੋੜਾ ਜਿਹਾ ਸੀਨ ਦੇਖੋ ਕਿ ਕੀ ਬਣਦਾ ਜਾ ਰਿਹਾ ਹੈ। ਕਿ ਜਿਹੜਾ ਫੋਰਡ ਹੈ ਇਹ ਇੱਕ ਪਾਈਨ ਟਰੀ ਤੇ ਚੜਿਆ ਬੈਠਾ ਹੈ, ਉਸ ਦੀ ਮੇਨ ਟਰੰਕ ਤੇ ਐਨ ਸਿਮਟ ਕੇ ਬੈਠਾ ਹੈ। ਉਸ ਦੇ ਨਾਲ ਹੀ ਪਾਈਨ ਟਰੀ ਦੇ ਨਾਲ ਕਿਹੜਾ ਟਰੀ ਹੈ, ਪਸੀਮਨ ਟਰੀ, ਬੇਰ ਵਾਲਾ ਦਰਖਤ ਹੈ ਜਿਹੜਾ। ਉਸ ਪਸੀਮਨ ਟਰੀ ਤੇ ਡੌਗ ਚੜ ਕੇ ਦੇਖੋ, ਉਸ ਪਸੀਮਨ ਟਰੀ ਤੇ ਡੌਗ ਚੜ ਕੇ, ਹਾਲਾਂਕਿ ਨੀਚੇ ਝਾੜੀਆਂ ਵੀ ਹੈ, ਬੁਸ਼ੀ ਲਾਈਕ ਪਸੀਮਨ ਟਰੀ ਹੈ, ਉਹਦੇ ਤੇ ਚੜ ਕੇ ਉਹ ਉਸ ਤੇ ਛਾਲਾ ਮਾਰ ਰਹੇ ਨੇ। ਦੂਜੇ ਦਰਖਤ ਤੇ ਚੜ ਕੇ ਵੀ ਉਹਦੇ ਕੋਲੇ ਪਹੁੰਚੀਏ, ਫੇਰ ਛਾਲ ਮਾਰਦੇ ਨੇ, ਫੇਰ ਚੜਦੇ ਨੇ, ਫੇਰ ਛਾਲ ਮਾਰ ਰਹੇ ਨੇ। ਆਹ ਕੰਮ ਚੱਲ ਰਿਹਾ ਹੈ। ਦੇ ਜੰਪਡ ਐਂਡ ਸਲੈਸ਼ਡ ਰਿਪੀਟਡਲੀ, ਦੇਖੋ ਬਾਰ-ਬਾਰ, ਰਿਪੀਟਡਲੀ ਦਾ ਮਤਲਬ ਬਾਰ-ਬਾਰ ਜੰਪ ਕਰ ਰਹੇ ਨੇ, ਸਲੈਸ਼ ਉਸ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ, ਉਸ ਤੱਕ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਨੀਅਰਲੀ ਰੀਚਿੰਗ ਹਿਮ ਅਗੇਨ। 20th ਪੈਰਾ, after what seemed an age, Ford recovered enough to get to the next branch out of the dog's range. ਕਹਿੰਦੇ ਇਹ ਲੱਗਦਾ ਸੀ ਬਹੁਤ ਸਮਾਂ ਬੀਤ ਗਿਆ। after what seemed an age, an age ਦਾ ਮਤਲਬ ਹੁੰਦਾ ਕਿ ਬਹੁਤ ਹੀ ਜ਼ਿਆਦਾ ਸਮਾਂ ਬੀਤ ਗਿਆ। ਤਾਂ ਫੋਰਡ ਕੀ ਕਰਦਾ ਹੈ ਕਿ ਉਸ ਨੂੰ ਇੱਕ ਨੈਕਸਟ ਬ੍ਰਾਂਚ, ਬ੍ਰਾਂਚ ਦਾ ਮਤਲਬ ਕਿ ਹੋਰ ਇੱਕ ਤਣਾ ਉਸ ਨੂੰ ਲੱਭ ਜਾਂਦਾ ਹੈ ਜਿਹੜਾ ਕਿ ਥੋੜਾ ਜਿਹਾ ਉੱਪਰ ਹੁੰਦਾ ਹੈ, ਤਾਂ ਉੱਥੇ ਉਹ ਚਲਾ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਡੌਗਸ ਦੀ ਰੇਂਜ ਤੋਂ ਬਾਹਰ ਹੋ ਜਾਂਦਾ, ਆਊਟ ਆਫ ਦਾ ਡੌਗਸ ਰੇਂਜ। ਪਹਿਲਾਂ ਤਾਂ ਡੌਗਸ ਉਹਦੇ ਆ ਰਹੇ ਸੀਗੇ, ਕੋਲੋਂ ਦੀ ਲੰਘ ਰਹੇ ਸੀ, ਬਾਰ-ਬਾਰ ਛਾਲਾ ਮਾਰ ਰਹੇ ਸੀ, ਹੁਣ ਉਹ ਹੋਰ ਉੱਪਰਲੇ ਤਣੇ ਤੇ ਪਹੁੰਚ ਗਿਆ, ਦਰਖਤ ਤੇ ਚੜਿਆ ਹੋਇਆ ਪਾਈਨ ਟਰੀ ਤੇ, ਸਾਨੂੰ ਪਤਾ ਹੈ। ਹਿਸ ਪਰਸੂਅਰਸ ਗਰੂ ਕੁਆਇਟ, ਹੁਣ ਉਹਦੇ ਜਿਹੜੇ ਪਿੱਛਾ ਕਰਨ ਵਾਲੇ ਨੇ ਹੁਣ ਉਹ ਚੁੱਪ ਕਰ ਗਏ ਕਿਉਂਕਿ ਉਹਨਾਂ ਦੀ ਰੇਂਜ ਤੋਂ ਬਾਹਰ ਹੋ ਗਿਆ। ਦੇਖੋ ਇੱਥੇ ਵਰਡ ਆਇਆ ਪਰਸੂਅਰਸ, ਇਹ ਵਰਡ ਬਣਿਆ ਪਰਸੂ ਤੋਂ, PURSUE, ਇਟਸ ਅ ਵਰਬ ਪਰਸੂ। ਜੇ ਆਪਾਂ ਪਰਸੂ ਦੇ ਪਿੱਛੇ ਆਰ ਪਾ ਦਈਏ ਤਾਂ ਪਰਸੂਅਰ ਬਣ ਜਾਂਦਾ, ਇਟ ਬਿਕਮਸ ਅ ਨਾਊਨ, ਉਹਦਾ ਪਿੱਛਾ ਕਰਨ ਵਾਲੇ। ਤਾਂ ਉਸਦੇ ਪਿੱਛਾ ਕਰਨ ਵਾਲੇ ਹੁਣ ਚੁੱਪ ਕਰਕੇ ਬੈਠ ਗਏ। ਬਟ ਟੁਕ ਅਪ ਅ ਡਿਟਰਮਿਨਡ ਵਿਜ਼ਲ ਬਿਲੋ, ਪਰ ਹੁਣ ਉਹ ਨੀਚੇ ਬੈਠ ਕੇ ਵਾਚ ਕਰ ਰਹੇ ਨੇ, ਦੇਖ ਰਹੇ ਨੇ ਉਹਦੇ ਵੱਲ ਵੀ ਕਦੇ ਤਾਂ ਥੱਲੇ ਉਤਰੂ। ਡਿਟਰਮਿਨਡ ਵਿਜ਼ਲ, ਐਨ ਡਿਟਰਮਿਨਡ ਹੋਏ ਬੈਠੇ ਨੇ, ਮਨ ਐਨ ਸੰਕਲਪ ਧਾਰੀ ਬੈਠੇ ਨੇ ਵੀ ਅੱਜ ਇਹਨੂੰ ਖਾਣਾ ਹੀ ਖਾਣਾ, ਕਦੇ ਤਾਂ ਨੀਚੇ ਉਤਰੂ। ਇੱਥੇ ਵਿਜਲ ਦਾ ਮਤਲਬ ਹੁੰਦਾ ਬੇਟਾ ਵਾਚ। ਜਦ ਆਪਾਂ ਕਿਸੇ ਦੀ ਰਖਵਾਲੀ ਤੇ ਬਹਿ ਜਾਂਦੇ ਹਾਂ ਉਹਨੂੰ ਆਪਾਂ ਵਿਜਲ ਕਹਿੰਦੇ ਹਾਂ। ਹੀ ਵਾਜ਼ ਲਾਈਟ ਹੈਡਡ ਫਰੋਮ ਲੋਸ ਆਫ ਬਲੱਡ, ਹੁਣ ਤੁਹਾਨੂੰ ਪਤਾ ਬੇਟਾ ਕਿ ਉਸਦੇ ਨੈਕ ਤੇ ਵੀ ਉਹਨਾਂ ਨੇ ਝੂਟੇ ਵੱਡੇ ਨੇ, ਡੌਗਸ ਨੇ, ਉਸਦਾ ਗਿੱਟਾ ਵੀ ਜ਼ਖਮੀ ਹੈ, ਉਸਦਾ ਗੋਡਾ ਵੀ ਜ਼ਖਮੀ ਹੈ, ਤਾਂ ਕਈ ਜਗ੍ਹਾ ਉਹਦਾ ਖੂਨ ਨਿਕਲ ਰਿਹਾ ਬੋਡੀ ਚੋਂ। ਤਾਂ ਹੁਣ ਜਦੋਂ ਬੇਟਾ ਖੂਨ ਨਿਕਲ ਰਿਹਾ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਉਸ ਇਨਸਾਨ ਦੇ ਉੱਪਰ ਬੇਹੋਸ਼ੀ ਦੀ ਪੋਜੀਸ਼ਨ ਆਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਉਹੀ ਗੱਲ ਹੈ ਲਾਈਟ ਹੈਡਡ। ਲਾਈਟ ਹੈਡਡ ਦਾ ਮਤਲਬ ਹੈ ਜਦੋਂ ਤੁਸੀਂ ਬੇਹੋਸ਼ ਹੋਣਾ ਸ਼ੁਰੂ ਹੁੰਦੇ ਹੋ, ਜਦੋਂ ਤੁਹਾਡਾ ਸਿਰ ਭਾਰੀ ਹੋਣਾ ਸ਼ੁਰੂ ਹੋ ਜੇ, ਤੁਹਾਨੂੰ ਚੱਕਰ ਜਿਹੇ ਆਣੇ ਸ਼ੁਰੂ ਹੋ ਜਾਣ, ਉਸ ਨੂੰ ਲਾਈਟ ਹੈਡਡ ਕਹਿੰਦੇ ਆ। ਦੇਖੋ ਲਾਈਟ ਹੈਡਡ ਤੇ ਲਾਈਟ ਹਾਰਟਡ 'ਚ ਫਰਕ ਹੈ, ਦੋ ਵਰਡਸ ਹੁੰਦੇ ਆ, ਲਾਈਟ ਹਾਰਟਡ, ਲਾਈਟ ਹੈਡਡ। ਲਾਈਟ ਹਾਰਟਡ ਦਾ ਮਤਲਬ ਉਹ ਬੰਦਾ ਹੁੰਦਾ ਜਿਹੜਾ ਪਰਵਾਹ ਹੀ ਨਹੀਂ ਕਰਦਾ ਕਿਸੇ ਵੀ ਚੀਜ਼ ਦੀ, ਹੋ ਗਿਆ ਚੱਲੀ ਜਾਣ ਦੋ, ਮਨ ਤੇ ਟੈਨਸ਼ਨ ਨਹੀਂ ਲੈਂਦਾ, ਉਹਨੂੰ ਆਪਾਂ ਲਾਈਟ ਹਾਰਟਡ ਕਹਿੰਦੇ। ਲਾਈਟ ਹੈਡਡ ਡਿਫਰੈਂਟ ਹੈ। ਲਾਈਟ ਹੈਡਡ ਦਾ ਮਤਲਬ ਜਦੋਂ ਆਪਾਂ ਨੂੰ ਘਮੇਰੀਆਂ ਜਿਹੀਆਂ ਚੜ ਜਾਂਦੀਆਂ ਨੇ, ਕੋਈ ਦਿੱਕਤ ਆ ਜੇ ਆਪਾਂ ਨੂੰ ਬੋਡੀ, ਤਾਂ ਉਹਨੂੰ ਕਹਿੰਦੇ। ਹਿਸ ਸਵੈਟ ਪੈਂਟਸ ਵਰ ਸੋਕਡ ਰੈਡ, ਹੁਣ ਉਹਦੀ ਜਿਹੜੀ ਸਵੈਟ ਪੈਂਟਸ ਜਿਹੜੀ ਹੈਗੀ ਹੈ ਉਹ ਇੱਕ ਤਰ੍ਹਾਂ ਲਾਲ ਹੋ ਗਈ, ਕਿਉਂ? ਬਲੱਡ ਦੇ ਨਾਲ, ਸੋਕਡ ਰੈਡ। ਐਂਡ ਹੀ ਵਾਜ਼ ਸਟਿਲ ਬਲੀਡਿੰਗ, ਹਜੇ ਵੀ ਉਹ ਬਲੀਡ ਕਰ ਰਿਹਾ, ਖੂਨ ਹਜੇ ਵੀ ਵਗ ਰਿਹਾ ਹੈ। ਆਈ ਕਾਂਟ ਜਸਟ ਸਿਟ ਹੇਅਰ ਟਿਲ ਆਈ ਫੇਂਟ ਐਂਡ ਫਾਲ, ਹੀ ਥੋਟ, ਕਹਿੰਦੇ ਮੈਂ ਇੱਥੇ ਬੈਠ ਨਹੀਂ ਸਕਦਾ, ਸਦਾ ਲਈ ਬੈਠਿਆ ਨਹੀਂ ਰਹਿ ਸਕਦਾ ਕਿਉਂਕਿ ਮੈਂ ਫੇਂਟ ਕਰ ਜੂੰਗਾ, ਬੇਹੋਸ਼ ਹੋ ਜੂੰ, ਫਿਰ ਮੈਂ ਨੀਚੇ ਗਿਰੂ। ਹੁਣ ਤਾਂ ਮੈਂ ਜਾਗ ਰਿਹਾ, ਜੇ ਮੈਨੂੰ ਬੇਹੋਸ਼ੀ ਆ ਗਈ ਜਿਵੇਂ ਕਿ ਆ ਰਹੀ ਹੈ ਤਾਂ ਮੈਂ ਨੀਚੇ ਗਿਰੂੰਗਾ। I have got to do something, ਮੈਨੂੰ ਕੁਝ ਕਰਨਾ ਪਊਗਾ। I have got to do something, ਮੈਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਪਊਗਾ। ਤਾਂ ਥੋੜੇ ਜਿਹੇ ਵਰਡਸ ਆਏ ਜੀ ਤੁਹਾਡੀ ਗਲੋਸਰੀ 'ਚ। ਵਿਜਿਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਐਕਸ਼ਨ ਆਫ ਸਟੇਇੰਗ ਅਵੇਕ ਟੂ ਕੀਪ ਵਾਚ, ਜਦੋਂ ਤੁਸੀਂ ਜਾਗ ਕੇ
ਕਿਸੇ ਦੀ ਚੀਜ਼ ਦੀ ਰਖਵਾਲੀ ਕਰਦੇ ਉਹਨੂੰ ਵਿਜਿਲ ਕਹਿੰਦੇ ਆ। ਲਾਈਟ ਹੈਡਡ ਐਡਜੈਕਟਿਵ ਹੈ, ਫੀਲਿੰਗ ਸਲਾਈਟਲੀ ਫੇਂਟ ਔਰ ਡਿਜ਼ੀ, ਜਦੋਂ ਤੁਹਾਨੂੰ ਬੇਹੋਸ਼ੀ ਜੀ ਛਾਣ ਲੱਗਦੀ ਹੈ। ਡਿਜ਼ੀਨੈਸ ਵੀ ਕੀ ਹੁੰਦਾ ਕਿ ਜਦੋਂ ਤੁਹਾਨੂੰ ਐ ਲੱਗਦਾ ਘਮੇਰੀ ਜੀ ਚੜ ਰਹੀ ਹੈ, ਸਿਰ ਘੁੰਮ ਰਿਹਾ ਹੈ, ਅੱਖਾਂ ਬੰਦ ਹੋ ਰਹੀਆਂ, ਉਹਨੂੰ ਆਪਾਂ ਲਾਈਟ ਹੈਡਡ ਕਹਿੰਦੇ ਹਾਂ ਜੀ। 21ਵਾਂ ਪੈਰਾ, ਹੈਲਪ, painstakingly he climbed nearly to the top of the rotten old pine and began to shout। ਹੁਣ ਦੇਖੋ ਤੁਹਾਨੂੰ ਪਤਾ ਹੈ ਉਹ ਪਾਈਨ ਦੇ ਦਰਖਤ ਤੇ ਚੜਿਆ ਹੋਇਆ ਹੈ, ਉੱਪਰ ਜਾਈ ਜਾ ਰਿਹਾ ਹੈ, ਐਂਡ ਟੌਪ ਤੇ ਪਹੁੰਚ ਜਾਂਦਾ ਹੈ। he climbed nearly to the top of the, ਟੌਪ ਤੇ ਪਹੁੰਚ ਜਾਂਦਾ ਹੈ ਉਸ ਓਲਡ ਪਾਈਨ। ਹੁਣ ਦੇਖੋ ਜਿਹੜਾ ਪਾਈਨ ਤੇ ਚੜਿਆ ਹੋਇਆ ਉਹ ਓਲਡ ਵੀ ਹੈ ਤੇ ਰੋਟਨ ਵੀ ਹੈ। ਰੋਟਨ ਦਾ ਮਤਲਬ ਕਿ ਖਰਾਬ ਹੋ ਰਿਹਾ, ਉਹ ਹੋ ਸਕਦਾ ਉਹਨੂੰ ਸਿਉਂਕ ਵੀ ਲੱਗੀ ਹੋਵੇ। ਤਾਂ ਉਸਦੇ ਉਹ ਉੱਪਰ ਤੱਕ ਪਹੁੰਚ ਗਿਆ ਤੇ ਪੇਨਸਟੇਕਿੰਗਲੀ, ਪੇਨ ਤੋਂ ਬਣਦਾ ਬੇਟਾ ਪੇਨਸਟੇਕਿੰਗਲੀ ਸ਼ਬਦ, ਪੇਨ ਦਾ ਮਤਲਬ ਦਰਦ ਹੁੰਦਾ ਹੈ, ਤਾਂ ਦਰਦ ਨਾਲ ਕਰਾਂਦੇ ਹੋਏ ਐਡਵਰਬ ਹੈ ਇਹ। ਉਹ ਕੀ ਬੋਲਦਾ ਹੈ ਜੀ, ਹੈਲਪ। ਹੈਲਪ ਸ਼ਬਦ ਲਿਖਿਆ ਹੋਇਆ ਨਾ ਕੋਟ 'ਚ, ਤਾਂ ਉਹ ਹੈਲਪ ਕਰਦਾ ਹੈ ਵੀ ਮੈਨੂੰ ਬਚਾਓ ਐਵੇਂ। ਹੈਲਪ ਵਾਈਲਡ ਡੌਗਸ, ਬਚਾਓ ਵੀ ਮੇਰੇ ਪਿੱਛੇ ਵਾਈਲਡ ਡੌਗਸ ਨੇ, ਉੱਚੀ ਬੋਲਦਾ ਹੈ। ਬਿਗੇਨ ਟੂ ਸ਼ਾਊਟ, ਚੀਕਣਾ ਸ਼ੁਰੂ ਕਰ ਦਿੰਦਾ ਹੈ। ਫਰਸਟ ਹੀ yelled towards his home and his wife Tess about 1.5 kilometers away। ਆਪਣੇ ਘਰ ਵੱਲ ਇਹ ਗੱਲਾਂ ਬੋਲਦਾ ਹੈ ਬਚਾਓ। ਹਾਲਾਂਕਿ ਉਸਦਾ ਘਰ ਉੱਥੋਂ 1.5 ਕਿਲੋਮੀਟਰ ਦੂਰ ਹੈ ਬੇਟਾ, ਤੁਸੀਂ ਅੰਦਾਜ਼ਾ ਲਾਓ 1.5 ਕਿਲੋਮੀਟਰ ਅਵੇ। ਅਤੇ ਉਹ ਆਪਣੀ ਵਾਈਫ ਟੈਸ ਵੱਲ ਮੂੰਹ ਕਰਕੇ ਬੋਲਦਾ ਹੈ, ਮਤਲਬ ਉਧਰ ਬੈਠੀ ਹੈ ਉਸਦੀ ਉਸ ਡਾਇਰੈਕਸ਼ਨ ਵੱਲ। ਇੱਥੇ ਉਸਦੀ ਵਾਈਫ ਦਾ ਨਾਮ ਆਇਆ ਜੀ TAS, ਟੈਸ, ਠੀਕ ਹੈ ਜੀ। ਤਾਂ ਇਹ ਧਿਆਨ ਰੱਖਣਾ ਹੈ, ਬੜਾ ਛੋਟਾ ਜਿਹਾ ਨਾਮ ਆ ਜਾਂਦਾ ਹੈ ਕੁਐਸਚਨ 'ਚ, ਮਲਟੀਪਲ ਚੋਇਸ ਕੁਐਸਚਨ ਹੈ ਨਾ। ਤੇ ਇਹ ਆਨਸਰ ਕੌਣ ਦਊਗਾ ਵੀ, ਜਿਹਨੇ ਪੂਰੀ ਤਰ੍ਹਾਂ ਚੈਪਟਰ ਪੜ੍ਹਿਆ, ਅਦਰਵਾਈਜ਼ ਕੁਝ ਹੋਰ ਹੀ ਲਿਖ ਕੇ ਆ ਜਾਓਗੇ ਤੁਸੀਂ। ਤਾਂ ਆਪਣੀ ਵਾਈਫ ਟੈਸ ਵੱਲ ਮੂੰਹ ਕਰਕੇ ਬੋਲਦਾ, ਹਾਲਾਂਕਿ ਉਸਦੀ ਵਾਈਫ 1.5 ਕਿਲੋਮੀਟਰ ਦੂਰ ਆ ਉੱਥੋਂ। ਤੇ ਹੈਲਪ ਇੱਥੇ ਯੈਲਡ ਸ਼ਬਦ ਆਇਆ, ਯੈਲਡ ਦਾ ਮਤਲਬ ਹੁੰਦਾ ਜੀ ਜਦ ਆਪਾਂ ਚੀਕਦੇ ਆ, ਕਰਾਏ ਕਰਦੇ ਆ। then towards Marrable East and subdivision 400 meters distant downwind। ਫਿਰ ਉਸ ਨੂੰ ਯਾਦ ਆਉਂਦਾ ਹੈ ਕਿ ਮੈਂ ਤਾਂ 1.5 ਕਿਲੋਮੀਟਰ ਹਜੇ ਮੇਰਾ ਘਰ ਹੈ, ਫਿਰ ਮੈਨੂੰ ਕਿਤੇ ਹੋਰ ਬੋਲਣਾ ਚਾਹੀਦਾ ਜਿਹੜਾ ਮੇਰੇ ਨੇੜੇ ਹੋਵੇ। ਫਿਰ ਉਹ ਮੈਰੇਬਲ ਈਸਟ ਐਂਡ ਸਬ ਡਿਵੀਜ਼ਨ ਵੱਲ ਬੋਲਦਾ। ਹੁਣ ਇੱਥੇ ਕੋਈ ਇਹ ਆਫਿਸ ਹੋਣਾ ਜੀ, ਮੈਰੇਬਲ ਈਸਟ ਐਂਡ ਸਬ ਡਿਵੀਜ਼ਨ, ਕਿਸੇ ਆਫਿਸ ਨੂੰ ਕਿਹਾ ਗਿਆ। ਉਸ ਆਫਿਸ ਵੱਲ ਉਹ, ਜੋ ਕਿ 400 ਮੀਟਰ ਦੀ ਦੂਰੀ ਤੇ ਹੈ, ਉੱਥੋਂ ਨੇੜੇ ਹੈ। ਕੰਪੈਰੀਜ਼ਨ ਦੇਖੋ, ਕਿੱਥੇ 1.5 ਕਿਲੋਮੀਟਰ, ਕਿੱਥੇ 400 ਮੀਟਰ। ਤਾਂ ਫਿਰ ਉਹ ਉਸ ਡਾਇਰੈਕਸ਼ਨ ਵੱਲ ਬੋਲਦਾ, ਹੈਲਪ ਕਰਦਾ ਹੈ। ਅਤੇ ਉਹ ਜਿਹੜਾ ਸਬ ਡਿਵੀਜ਼ਨ ਵਾਲਾ ਆਫਿਸ ਹੈ ਉਹ ਕਿੱਥੇ ਹੈ, ਡਾਊਨਵਿੰਡ। ਡਾਊਨਵਿੰਡ ਦਾ ਮਤਲਬ ਹੁੰਦਾ ਬੇਟਾ ਇਨ ਦਾ ਡਾਇਰੈਕਸ਼ਨ ਆਫ ਦਾ ਵਿੰਡ। ਮੰਨ ਲਓ ਹਵਾ ਆਪੋਜ਼ਿਟ ਚੱਲ ਰਹੀ ਹੈ ਤੇ ਤੁਸੀਂ ਹਵਾ ਦੇ ਆਪੋਜ਼ਿਟ ਬੋਲਦੇ ਹੋ, ਤਾਂ ਤੁਹਾਡੀ ਆਵਾਜ਼ ਕਿੱਧਰ ਜਾਊਗੀ, ਜਿੱਧਰ ਨੂੰ ਹਵਾ ਜਾ ਰਹੀ ਉਧਰ ਨਹੀਂ ਜਾਊਗੀ। ਉਹਦੀ ਥੋੜੀ ਜਿਹੀ ਲੱਕੇ ਹੋਗੀ ਕਿ ਜਿਹੜਾ ਸਬ ਡਿਵੀਜ਼ਨ ਹੈ ਉਧਰ ਵੱਲ ਹੀ ਹਵਾ ਜਾ ਰਹੀ ਸੀ, ਤਾਂ ਉਹਨੂੰ ਫਿਰ ਇੱਥੇ ਉਹਨੇ ਦਿਮਾਗ ਲਾਇਆ ਵੀ ਜੇ ਮੈਂ ਉਧਰ ਨੂੰ ਬੋਲਾਂ ਤਾਂ ਮੇਰੀ ਆਵਾਜ਼ ਜ਼ਿਆਦਾ ਦੂਰ ਤੱਕ ਜਾਊਗੀ। ਹਮੇਸ਼ਾ ਬੇਟਾ ਜਦੋਂ ਵੀ ਤੁਹਾਡਾ ਇਹਨਾਂ ਹਾਲਾਤਾਂ ਦੇ ਵਿੱਚ, ਕਹਿੰਦੇ ਨਾ ਇੰਟੈਲੀਜੈਂਟ ਬੰਦਾ ਕੌਣ ਹੁੰਦਾ, ਇੰਟੈਲੀਜੈਂਟ ਬੰਦਾ ਉਹ ਹੁੰਦਾ ਹੈ ਜਿਹੜਾ ਮੌਕੇ ਤੇ ਸਹੀ ਡਿਸੀਜ਼ਨ ਲੈਂਦਾ। ਇੰਟੈਲੀਜੈਂਟ ਬੰਦਾ ਉਹ ਨਹੀਂ ਹੁੰਦਾ ਜਿਹੜਾ ਬਹੁਤ ਜ਼ਿਆਦਾ ਫਟਾਫਟ ਪੜ੍ਹ ਲੈਂਦਾ ਹੈ, ਯਾਦ ਕਰ ਲੈਂਦਾ ਹੈ ਕੁਐਸਚਨ ਨੂੰ। ਇੰਟੈਲੀਜੈਂਟ ਉਹ ਬੰਦਾ ਨਹੀਂ ਹੁੰਦਾ। ਜੇ ਤੁਸੀਂ ਸਾਈਕੋਲੋਜੀ ਦੇ ਵਿੱਚ, ਮੈਂ ਤਾਂ ਪੜ੍ਹੀ ਹੋਈ ਹੈ, ਜੇ ਤੁਸੀਂ ਸਾਈਕੋਲੋਜੀ ਦੇ ਵਿੱਚ ਦੇਖੋ ਨਾ ਇੰਟੈਲੀਜੈਂਸੀ ਕੀ ਹੈ, ਤਾਂ ਉਹਦਾ ਸਿੰਪਲ ਆਨਸਰ ਹੈ ਮੌਕੇ ਤੇ ਜਿਹੜਾ ਬੰਦਾ ਵਧੀਆ ਡਿਸੀਜ਼ਨ ਲੈ ਲਵੇ ਉਹ ਇੰਟੈਲੀਜੈਂਟ। ਹੁਣ ਉਹਨੇ ਦੇਖੋ ਇਹ ਦੇਖਿਆ ਕਿ ਹਵਾ ਇੱਧਰ ਨੂੰ ਜਾ ਰਹੀ ਹੈ, ਪਹਿਲਾਂ ਆਪੋਜ਼ਿਟ ਬੋਲ ਰਿਹਾ ਸੀ ਆਪਣੇ ਘਰ ਵੱਲ, ਉਧਰ ਹੋ ਸਕਦਾ ਕਿ ਹਵਾ ਆਪੋਜ਼ਿਟ ਜਾ ਰਹੀ ਹੋਵੇ, ਉਹਦਾ ਘਰ ਉਧਰ ਹੈ, ਹਵਾ ਹੈ, ਤਾਂ ਉਹਦੀ ਆਵਾਜ਼ ਤਾਂ ਜਾਣੀ ਹੋਣੀ। ਇੱਕ ਹੈ ਵੀ 1.5 ਕਿਲੋਮੀਟਰ। ਹੁਣ ਉਹ ਕਿੱਧਰ ਨੂੰ ਬੋਲ ਰਹੇ ਹੈ, ਹਵਾ ਦੇ ਨਾਲ, ਡਾਊਨਵਿੰਡ। ਡਾਊਨਵਿੰਡ ਸਮਝ ਗਏ, ਜਿੱਧਰ ਨੂੰ ਹਵਾ ਜਾ ਰਹੀ ਹੈ ਉਸੇ ਡਾਇਰੈਕਸ਼ਨ ਵੱਲੋਂ ਬੋਲ ਰਹੇ ਹੈ, ਅਤੇ ਉਧਰ ਹੀ ਆਫਿਸ ਹੈ 400 ਮੀਟਰ ਤੇ। ਜਿਹੜਾ ਮੈਂ ਦੱਸਿਆ ਯੈਲ ਦਾ ਮਤਲਬ, ਇਹ ਤੁਹਾਡੇ 21ਵੇਂ ਪੈਰੇ ਚ ਆਇਆ ਹੈ, ਅਟਰ ਅ ਲਾਊਡ ਸ਼ਾਰਪ ਕਰਾਏ। ਤਾਂ ਸ਼ਾਰਪ ਕਰਾਏ ਜਿਹੜੀ ਹੈ ਵੱਡੀ ਸਾਰੀ, ਉਸ ਨੂੰ ਆਪਾਂ ਯੈਲ ਕਹਿੰਦੇ ਹਾਂ। 22nd ਪੈਰਾ, ਅ ਨਿਊ ਫੀਅਰ ਸਡਨਲੀ ਗ੍ਰਿਪਡ ਹਿਮ। ਹੁਣ ਜਦੋਂ ਇਹ ਕਰ ਰਿਹਾ ਹੁੰਦਾ ਤਾਂ ਇੱਕ ਨਵਾਂ ਡਰ ਉਹਦੇ ਮਨ ਚ ਆ ਜਾਂਦਾ, ਉਸ ਨੂੰ ਘੇਰ ਲੈਂਦਾ, ਇੱਕ ਗ੍ਰਿਪ ਕਰ ਲੈਂਦਾ ਉਸ ਨੂੰ ਉਹਦੇ ਮਨ ਚ ਇੱਕ ਹੋਰ ਨਵਾਂ ਡਰ ਪੈਦਾ ਹੋ ਜਾਂਦਾ। ਕੀ ਹੈ ਕਿ what if someone is attacked trying to rescue me। ਵੀ ਮੰਨ ਲਓ ਮੈਂ ਹੁਣ ਹੈਲਪ ਕਰਕੇ ਬੁਲਾ ਰਹੇ ਹਾਂ, ਹੁਣ ਉਹਨੂੰ ਕੀ ਪਤਾ ਕਾਹਦੀ ਹੈਲਪ ਹੈ, ਹੁਣ ਉਹ ਬੰਦਾ ਕੋਈ ਆ ਜਾਏ ਮੈਨੂੰ ਬਚਾਉਣ, ਉਹਦੇ ਤੇ ਡੌਗਸ ਅਟੈਕ ਕਰ ਲੈ। what if someone, ਜੇ ਕੋਈ is attacked, ਉਸ ਤੇ ਅਟੈਕ ਹੋ ਜਾਂਦਾ ਹੈ, trying to rescue me, rescue ਦਾ ਮਤਲਬ ਬਚਾਉਣਾ। he glanced at his watch, ਉਹ ਆਪਣੀ ਵਾਚ ਤੇ ਦੇਖਦਾ ਹੈ, ਘੜੀ ਤੇ ਦੇਖਦਾ ਹੈ, 9:10 ਹੋਏ ਹੁੰਦੇ ਜੀ ਸਵੇਰ ਦੇ। ਤੁਹਾਨੂੰ ਪਤਾ ਸਵੇਰ ਤੇ ਜੋਗਿੰਗ ਕਰਨ ਆਇਆ ਹੁੰਦਾ, ਉਹ 9:15 ਦੇ ਲਗਭਗ ਦਾ ਟਾਈਮ ਹੋਇਆ ਹੁੰਦਾ। what if I am still here at 3 when school is out and kids come up to play।
ਕਹਿੰਦੇ ਕੀ ਹੋਏਗਾ ਵਟ ਇਫ ਆਈ ਐਮ ਸਟਿਲ ਹੇਅਰ, ਕਿ ਮੈਂ ਹਜੇ ਇੱਥੇ ਹੀ ਹੋਵਾਂ ਐਟ 3 ਵਜੇ ਤੱਕ। ਹਜੇ ਦੇਖੋ 9-10 ਵਜੇ ਹੈ, ਉਹ 3 ਵਜੇ ਦੀ ਸੋਚ ਰਿਹਾ ਹੈ ਵੀ ਮੈਨੂੰ 3 ਵੱਜ ਜਾਣ ਤੇ ਸਕੂਲ ਖਤਮ ਹੋ ਜੇ, ਸਕੂਲ ਇਜ਼ ਆਊਟ, ਅਤੇ ਕਿਡਸ ਆ ਜਾਣ ਖੇਡਣ। ਦੇਖੋ ਬੰਦੇ ਦੇ ਜਦੋਂ ਬੰਦਾ ਮੁਸੀਬਤ 'ਚ ਘਿਰਿਆ ਹੁੰਦਾ ਨਾ, ਤਾਂ ਉਹਦੇ ਤਰ੍ਹਾਂ ਤਰ੍ਹਾਂ ਦੇ ਤੋਖਲੇ ਖਿਆਲ ਆਉਂਦੇ ਨੇ। ਹੁਣ ਉਹਨੂੰ ਐ ਲੱਗ ਰਿਹਾ ਵੀ ਜੇ ਮੈਨੂੰ 3 ਵੱਜ ਗਿਆ ਇੱਥੇ ਹੀ, ਇੰਨੇ ਨੂੰ ਸਕੂਲ ਬੰਦ ਹੋ ਗਿਆ ਅਤੇ ਫਿਰ ਕਿਡਸ ਖੇਡਣ ਆ ਜਾਣ ਤਾਂ ਫਿਰ ਕੀ ਬਣੂ। ਸਪੋਜ਼ ਟੈਸ ਔਰ ਮਾਈ ਓਨ ਚਿਲਡਰਨ ਲਰਨ ਆਈ ਹੈਵਨ ਰੀਚ ਦੀ ਆਫਿਸ ਐਂਡ ਕਮ ਲੁਕਿੰਗ ਫॉर ਮੀ। ਕਹਿੰਦੇ ਮੰਨ ਲਓ ਮੇਰੇ ਬੱਚੇ ਤੇ ਮੇਰੀ ਵਾਈਫ, ਅਤੇ ਫਿਰ ਟੈਸ ਆਇਆ ਕਿ ਉਹਨੂੰ ਪਤਾ ਲੱਗੇ ਕਿ ਮੈਂ ਤਾਂ ਆਫਿਸ ਪਹੁੰਚਿਆ ਹੀ ਨਹੀਂ, ਅਤੇ ਉਹ ਮੈਨੂੰ ਦੇਖਣ ਆ ਜਾਣ ਇੱਥੇ, ਕਿਉਂਕਿ ਉਹਨੂੰ ਇਹਨਾਂ ਦਾ ਪਤਾ ਵੀ ਮੈਂ ਸੈਰ ਕਰਨ ਗਿਆ, ਇਹ ਤਾਂ ਮੈਂ ਘਰੇ ਦੱਸ ਕੇ ਆਇਆ, ਪਰ ਉਹਨੂੰ ਇਹ ਪਤਾ ਲੱਗੂਗਾ ਕਿ ਆਫਿਸ ਨਹੀਂ ਪਹੁੰਚਿਆ ਬੰਦਾ, ਤਾਂ ਦੈਟ ਮੀਨਸ ਉਹ ਮੈਨੂੰ ਦੇਖਣ ਤਾਂ ਆਣਗੇ। ਹੀ ਸ਼ਡਰਡ, ਤਾਂ ਉਹ ਨਾ ਥਰਥਰਾ ਜਾਂਦਾ ਹੈ। ਸ਼ਡਰਡ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਨੂੰ ਡਰ ਦੇ ਨਾਲ ਨਾ ਕੰਬਣੀ ਜੀ ਛਿੜ ਜਾਵੇ, ਉਹਨੂੰ ਕਹਿੰਦੇ ਨੇ ਥਰਥਰਾਉਣਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ। ਇਹ ਗੱਲਾਂ ਸਾਰੀਆਂ ਸੋਚ ਕੇ, ਹੁਣ ਜੇ ਤੁਸੀਂ ਦੇਖੋ ਇਹ ਸਾਰੀਆਂ ਗੱਲਾਂ ਨਾ ਇਟੈਲਿਕਸ 'ਚ ਲਿਖੀਆਂ ਹੋਈਆਂ, ਟੇਢੀਆਂ ਕਰਕੇ ਲਿਖੀਆਂ ਹੋਈਆਂ, ਬਿਕੋਜ਼ ਉਹਦੇ ਮਨ ਦੇ ਖਿਆਲ ਹੈ, ਕੁਐਸਚਨ ਤੇ ਕੁਐਸਚਨ ਆ ਰਹੇ ਨੇ ਕਿ ਜੇ ਕੋਈ ਆ ਜੇ ਮੈਨੂੰ ਬਚਾਉਣ, ਉਹਦੇ ਤੇ ਅਟੈਕ ਹੋ ਜੇ, ਕੀ ਹੋਵੇ ਜੇ ਮੈਨੂੰ ਇੱਥੇ 3 ਵੱਜ ਜਾਣ, ਸਕੂਲੋਂ ਛੁੱਟੀ ਹੋ ਜੇ, ਬੱਚੇ ਆ ਜਾਣ, ਕੀ ਹੋਵੇ ਜੇ ਮੇਰੀ ਵਾਈਫ ਮੈਨੂੰ ਦੇਖਦੀ ਦੇਖਦੀ ਮੇਰੇ ਬੱਚੇ ਮੈਨੂੰ ਦੇਖਦੇ ਦੇਖਦੇ ਇੱਥੇ ਆ ਜਾਣ। ਹੁਣ ਉਹ ਆਪਣੇ ਬੇਟੇ ਬਾਰੇ ਸੋਚਦਾ ਹੈ, ਜੋਨੀ, ਜਿਹੜਾ ਕਿ ਜੋਨੀ ਜੂਨੀਅਰ 17 ਇਅਰਸ ਦਾ, ਅਤੇ ਕ੍ਰਿਸਟੋਫਰ ਹੋ ਸਕਦਾ ਦੂਜਾ ਲੜਕਾ ਹੈ, ਉਹ 12 ਦਾ ਹੈ। ਕਹਿੰਦੇ ਦੋਨੇ ਜੈਂਟਲ ਬॉयਜ਼ ਹੈ, ਕਹਿੰਦੇ ਤਾਂ ਵਿਚਾਰੇ ਮਤਲਬ ਕਿ ਬੜੇ ਸਿਆਣੇ ਜੇ ਲੜਕੇ ਹੈ। ਤੇ ਉਸਦੀ ਲੜਕੀ ਹੈ ਜੀ ਟਿਫਨੀ, ਹਿਸ ਡਾਟਰ ਵਾਜ਼ ਓਨਲੀ 6। ਟਿਫਨੀ 6 ਸਾਲਾਂ ਦੀ ਹੈ। ਹੁਣ ਇੱਥੋਂ ਦੇਖੋ ਪੂਰੀ ਸਾਨੂੰ ਫੈਮਿਲੀ ਬਾਰੇ ਪਤਾ ਚੱਲ, ਉਸਦੀ ਵਾਈਫ ਦਾ ਨਾਮ ਕੀ ਹੈ, ਟੈਸ, ਉਸਦੀ ਲੜਕੀ ਇਕਲੌਤੀ ਲੜਕੀ ਜੋ 6 ਸਾਲ ਦੀ, ਉਹਦਾ ਨਾਮ ਕੀ ਹੈ, ਟਿਫਨੀ। ਉਸਦੇ 2 ਬॉयਜ਼ ਹੈ, ਪਹਿਲਾ ਜਿਹੜਾ ਵੱਡਾ ਹੈ ਉਹ ਕੌਣ ਹੈ, ਜੌਨੀ ਜੂਨੀਅਰ 17 ਸਾਲਾਂ ਦਾ, ਦੂਸਰਾ ਲੜਕਾ ਕ੍ਰਿਸਟੋਫਰ 12 ਸਾਲਾਂ ਦਾ। ਦੇਖੋ ਉਹਨੂੰ ਆਪਣੀ ਫੈਮਿਲੀ ਦੀ ਯਾਦ ਆ ਰਹੀ ਹੈ, ਕਿਉਂਕਿ ਉਹ ਇਸ ਕੰਡੀਸ਼ਨ 'ਚ ਹੈ ਕਿ ਉਹਨੂੰ ਐਂ ਲੱਗਦਾ ਹੈ ਵੀ ਮੇਰਾ ਸ਼ਾਇਦ ਇੱਥੋਂ ਬਚਣਾ ਮੁਸ਼ਕਲ ਹੈ, ਮੈਂ ਬੇਹੋਸ਼ ਹੋ ਕੇ ਕਦੇ ਵੀ ਗਿਰ ਸਕਦਾ। 23rd, for the time being he decided it was better to keep yelling for help। ਕਹਿੰਦੇ for the time being ਮਤਲਬ ਉਹਨੂੰ ਇਹ ਲੱਗਿਆ ਕਿ ਹੁਣ ਇਸ ਸਮੇਂ ਦੌਰਾਨ ਇਹ ਠੀਕ ਹੈ, ਉਸਨੇ ਡਿਸਾਈਡ ਕੀਤਾ ਕਿ ਮੈਂ ਯੈਲਿੰਗ ਕਰਦਾ ਹਾਂ ਹੈਲਪ ਲਈ। ਯੈਲ ਸ਼ਬਦ ਦੇਖੋ ਪਹਿਲਾਂ ਵੀ ਆਇਆ ਸੀ, ਯੈਲ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਰਾਏ, ਤਾਂ ਇੱਥੇ ਯੈਲਿੰਗ ਬਣ ਗਿਆ। ਇਹਦਾ ਮਤਲਬ ਹੈ ਕਿ ਮੈਂ ਹੁਣ ਕਰਾਏ ਕਰਦਾ ਰਹਾ, ਮੈਂ ਚਿਲਾਉਂਦਾ ਰਹਾ, ਹੈਲਪ ਕਰਦਾ ਰਹਾ ਫॉर द टाइम बीइंग। ਇਸ ਸਮੇਂ 'ਚ ਮੈਨੂੰ ਇਹੀ ਠੀਕ ਲੱਗਦਾ ਹੈ ਕਿ ਮੈਨੂੰ ਹੈਲਪ ਕਰਨੀ ਚਾਹੀਦੀ ਹੈ, ਅਤੇ ਮੈਂ ਕੰਟੀਨਿਊ ਫਾਈਟਿੰਗ ਦਾ ਡੌਗਸ ਦੇ ਨਾਲ ਮੈਂ ਲੜਾਈ ਜਾਰੀ ਰੱਖਾਂ। ਮਤਲਬ ਕਿ ਡੌਗਸ ਮੇਰੇ ਕੋਲ ਨਹੀਂ ਆਉਂਦੇ ਨੇ, ਮੈਂ ਉਹਨਾਂ ਨੂੰ ਆਪਣੇ ਆਪ ਨੂੰ ਬਚਾਵਾਂ, ਮੇਰੀ ਇਹ ਡੌਗ ਨਾਲ ਲੜਾਈ ਜਾਰੀ ਰਹੇ। ਮੇ ਬੀ ਹੀ ਕੁਡ ਵੀਅਰ them ਡਾਊਨ, ਸ਼ਾਇਦ ਮੈਂ ਉਹਨਾਂ ਨੂੰ ਵੀਅਰ ਡਾਊਨ ਕਰ ਸਕਾਂ। ਨਾ ਵੀਅਰ ਡਾਊਨ ਬੇਟਾ ਇੱਕ ਫਰੇਜ਼ ਹੁੰਦਾ ਹੈ ਜੋ ਤੁਹਾਡੀ ਗਲੋਸਰੀ 'ਚ ਵੀ ਆਇਆ, ਇੱਕੋ ਹੀ ਵਰਡ ਹੈ ਜੀ 23ਵੇਂ ਪੈਰੇ 'ਚ, ਵੀਅਰ somebody ਡਾਊਨ। ਇਹਦਾ ਮਤਲਬ ਕੀ ਹੈ ਕਿ ਵੀਕਨ somebody by constant attacks। ਜਦੋਂ ਤੁਸੀਂ ਲਗਾਤਾਰ ਕਿਸੇ ਦੂਸਰੇ ਪਰਸਨ ਤੇ ਅਟੈਕ ਕਰੀ ਜਾਓ, ਹਮਲਾ ਕਰੀ ਜਾਓ, ਤੇ ਉਸ ਨੂੰ ਤੁਸੀਂ ਥਕਾ ਦੋ, ਉਸ ਨੂੰ ਕਮਜ਼ੋਰ ਕਰ ਦੋ, ਇਹਨੂੰ ਕਹਿੰਦੇ ਨੇ ਜੀ ਵੀਅਰ somebody ਡਾਊਨ। ਹੁਣ ਉਹ ਕਿਹਨੂੰ ਵੀਅਰ ਡਾਊਨ ਕਰਨ ਦੀ ਗੱਲ ਕਰ ਰਿਹਾ ਹੈ, ਡੌਗਸ ਨੂੰ। 24th, he eased back down the tree, broke off a limb and leaning from a low branch began swinging at the dogs, punching and gouging whenever they leapt at him। ਦੇਖੋ ਨਾ ਕਦੇ ਕਹਿੰਦੇ ਕਿਸਮਤ ਵੀ ਮਾੜੀ ਹੋ ਜਾਂਦੀ ਹੈ ਕਿ ਇੱਕ ਟਰੀ ਜਿਹੜੇ ਚੜਿਆ ਹੁੰਦਾ ਪਾਈਨ ਟਰੀ ਤੇ 1 ਇੰਚ ਥੋੜਾ ਪਿੱਛੇ ਹਟਦਾ, ਉਹ ਹੀ ਇੰਚ ਬੈਕ ਡਾਊਨ ਦਾ ਟਰੀ। ਹੁੰਦਾ ਕੀ ਹੈ, ਬ੍ਰੋਕ ਆਫ ਆ ਲਿੰਬ, ਉਹ ਲਿੰਬ ਟੁੱਟ ਜਾਂਦਾ। ਤੁਹਾਨੂੰ ਪਤਾ ਹੈ ਕਿ ਜਿਹੜਾ ਉਹ ਪਾਈਨ ਟਰੀ ਹੈ ਉਹ ਰੋਟਨ ਹੈ, ਰੋਟਨ ਸਮਝਦੇ ਹੋ, ਜਿਹੜਾ ਖਰਾਬ ਹੋ ਚੁੱਕਿਆ, ਹੋ ਸਕਦਾ ਸਿਉਂਕ ਲੱਗੀ ਹੋਵੇ ਉਹਨੂੰ, ਤਾਂ ਉਹਦਾ ਜਿਹੜਾ ਲਿੰਬ ਹੈ, ਲਿੰਬ ਪਹਿਲਾਂ ਵੀ ਸ਼ਬਦ ਆਇਆ ਸੀ ਜਿਸਦਾ ਨੀਚੇ 8 ਨੰਬਰ ਤੇ ਲਿਖਿਆ ਮੇਨ ਬ੍ਰਾਂਚ, ਉਹ ਟੁੱਟ ਜਾਂਦਾ ਹੈ ਅਤੇ ਉਹ ਲਟਕਣ ਲੱਗ ਜਾਂਦਾ ਹੈ। ਲੀਨਿੰਗ ਫਰੋਮ ਅ ਲੋ ਬ੍ਰਾਂਚ, ਨੀਚੇ ਵੱਲ ਬ੍ਰਾਂਚ ਵੱਲੋਂ ਲਟਕਣ ਲੱਗ ਜਾਂਦਾ ਹੈ। ਬਿਗੇਨ ਸਵਿੰਗਿੰਗ ਐਟ ਦਾ ਡੌਗਸ, ਨੈਚੁਰਲੀ ਪਹਿਲਾਂ ਤਾਂ ਡੌਗਸ ਦੀ ਪਕੜ ਤੋਂ ਬਾਹਰ ਸੀ, ਹੁਣ ਥੋੜਾ ਜਿਹਾ ਡੌਗਸ ਕੰਨੀ ਹੋ ਗਿਆ। ਸਵਿੰਗਿੰਗ ਐਟ ਦਾ ਡੌਗਸ, ਡੌਗਸ ਕੰਨੀ ਸਵਿੰਗ ਕਰਨ ਲੱਗ ਗਿਆ, ਹਿਲਜੁਲ ਉਹਦੀ ਸ਼ੁਰੂ ਹੋ ਗਈ ਕਿਉਂਕਿ ਉਹਨਾਂ ਦੇ ਕੋਲੇ ਪਹੁੰਚ ਗਿਆ ਉਹ। ਪੰਚਿੰਗ ਐਂਡ ਗਾਊਜ਼ਿੰਗ ਵੈਨੇਵਰ ਦੇ ਲੈਫਟ ਐਟ ਹਿਮ। ਹੁਣ ਫੇਰ ਪਹਿਲਾਂ ਦੇਖੋ ਡੌਗਸ ਕੀ ਸੀਗੇ, ਚੁੱਪ ਕਰਕੇ ਬੈਠੇ ਸੀ, ਵਿਜਿਲ ਤੇ ਸੀਗੇ, ਹੁਣ ਕੀ ਕਰਨ ਲੱਗ ਗਏ, ਹੁਣ ਉਹ ਜੰਪ ਫੇਰ ਕਰਨ ਲੱਗ ਗਏ ਕਿਉਂਕਿ ਉਹਦੀ ਰੀਚ ਆ ਗਿਆ ਉਹ। ਤਾਂ ਹੁਣ ਉਹ ਜਦੋਂ ਜੰਪ ਕਰਦੇ ਸੀ ਉਸ ਤੇ, ਤਾਂ ਫਿਰ ਉਹਨੂੰ ਉਹ ਪੰਚ ਕਰਦਾ ਸੀ। ਪੰਚ ਮਤਲਬ ਮੁੱਠੀ ਨਾਲ ਮੁੱਕਾ ਮਾਰਨਾ, ਹੱਥ 'ਚ ਤਾਂ ਹੋਰ ਕੁਝ ਹੈ ਨਹੀਂ, ਕੋਈ ਵੈਪਨ ਨਹੀਂ ਹੈ। ਗਾਊਜ਼ਿੰਗ ਦਾ ਮਤਲਬ ਵੀ ਅਟੈਕ ਕਰਨਾ ਹੁੰਦਾ ਹੈ। ਜਦੋਂ ਵੀ ਉਸ ਤੇ
ਉਹ ਜੰਪ ਮਾਰਦੇ, ਲੀਪ ਦਾ ਮਤਲਬ ਜੰਪ ਮਾਰਨਾ, ਉਸ ਨੂੰ ਪੰਚ ਮਾਰਦਾ, ਗਾਊਸ ਕਰਦਾ। ਆਫਟਰ ਨੀਅਰਲੀ ਐਵਰੀ ਪੰਚ, ਹਰ ਪੰਚ ਤੋਂ ਬਾਅਦ ਪਾਵਰਫੁਲ ਜॉज ਵੁੱਡ ਲੌਕ ਔਨ ਟੂ ਦਾ ਸਟਿਕ ਐਂਡ ਹੈਵ ਟੂ ਬੀ ਸ਼ੇਕਨ ਲੂਜ਼। ਹੁਣ ਉਹ ਦੇਖੋ ਉਸ ਤੇ ਅਟੈਕ ਕਰ ਰਹੇ ਨੇ ਜਿਹੜੇ ਉਹਦੇ ਪਾਵਰਫੁਲ ਜॉज ਹੈ। ਪਾਵਰਫੁਲ ਜॉज ਕਿਹਦੀ ਗੱਲ ਕਰ ਰਹੇ ਆ? ਡੌਗਸ ਦੇ। ਤਾਂ ਉਹ ਉਸ ਦੀ ਟਾਹਣੀ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਸੀ, ਲੌਕ ਔਨ ਟੂ ਦਾ ਸਟਿਕ। ਫਿਰ ਉਸ ਨੂੰ ਸ਼ੇਕ ਕਰਦਾ ਕਿ ਉਹ ਟਾਹਣੀ ਉਹਨਾਂ ਦੇ ਹੱਥ 'ਚ ਨਾ ਆਵੇ, ਉਹਨਾਂ ਦੇ ਮੂੰਹ 'ਚ ਨਾ ਰਹੇ। ਇਸ ਤਰੀਕੇ ਦੇ ਨਾਲ ਖਿੱਚਤੂ ਹੋ ਰਹੀ ਸੀ ਦੋਨਾਂ ਦੀ। Several times he was almost yanked from the tree। ਹੁਣ ਡੌਗਸ ਕੀ ਕਰ ਰਹੇ ਸੀਗੇ? ਉਹ ਜਦੋਂ ਪਕੜ ਲੈਂਦੇ ਸੀ ਜਾਜ਼ ਨਾਲ, ਉਹਨੂੰ ਆਪਣੇ ਕੰਨੀ ਖਿੱਚਣ ਦੀ ਕੋਸ਼ਿਸ਼ ਕਰਦੇ ਸੀ। ਯੈਂਕ ਦਾ ਮਤਲਬ ਹੁੰਦਾ ਹੈ ਪੁੱਲ, ਤਾਂ ਆਪਣੇ ਕੰਨੀ ਪੁੱਲ ਕਰਨ ਦੀ ਕੋਸ਼ਿਸ਼ ਕਰਦੇ ਸੀ। ਤਾਂ ਦੋਨਾਂ ਪਾਸੇ ਬੇਟਾ ਖਿੱਚਤੂ ਹੋ ਰਹੀ ਹੈ। ਡੌਗਸ ਕੀ ਕਰ ਰਹੇ ਸੀ? ਟਾਹਣੀ ਨੂੰ ਆਪਣੇ ਕੰਨੀ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਉਹਨਾਂ ਦੇ ਪੰਚ ਮਾਰ ਰਿਹਾ ਸੀ। ਇਹ ਤਰੀਕਾ ਹੋ ਰਿਹਾ ਸੀ। ਥੋੜੀ ਜਿਹੀ ਰੀਚ ਤੋਂ ਬਾਹਰ ਸੀਗਾ, ਬਟ ਡੌਗਸ ਨੂੰ ਇਹ ਲੱਗਦਾ ਸੀ ਵੀ ਆਪਾਂ ਇਹਨੂੰ ਆਪਣੇ ਕੰਨੀ ਖਿੱਚ ਸਕਦੇ ਹਾਂ। ਤਾਂ ਦੋ ਵਰਡਸ ਆਏ ਆ ਜੀ। ਗਾਊਸ ਦਾ ਮਤਲਬ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਤੁਸੀਂ ਹਿੱਟ ਕਰਦੇ ਹੋ, ਡਿਸਟਰਕਟਿਵ ਹਿੱਟ ਕਰਦੇ ਹੋ, ਕਿਸੇ ਤੇ ਅਟੈਕ ਕਰਦੇ ਹੋ। ਪੰਚ ਮੁੱਕਾ ਮਾਰਨ ਨੂੰ ਕਹਿੰਦੇ ਨੇ। ਬਲੋ ਗਿਵਨ ਵਿਦ ਦਾ ਫਿਸਟ, ਫਿਸਟ ਦਾ ਮਤਲਬ ਕੀ ਹੁੰਦਾ ਜੀ? ਮੁੱਕਾ। ਯੈਂਕ ਦਾ ਮਤਲਬ ਹੁੰਦਾ ਹੈ ਪੁੱਲ ਸਮਥਿੰਗ, ਕਿਸੇ ਚੀਜ਼ ਨੂੰ ਆਪਣੇ ਵੱਲ ਖਿੱਚਣਾ। ਵਿਦ ਦਾ ਸਡਨ ਸ਼ਾਰਪ ਟਗ, ਕਿਸੇ ਜ਼ੋਰ ਦੇ ਨਾਲ ਆਪਣੇ ਵੱਲ ਜਦੋਂ ਕਿਸੇ ਚੀਜ਼ ਨੂੰ ਖਿੱਚਦੇ ਉਹਨੂੰ ਯੈਂਕ ਕਹਿੰਦੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 25th para, at about 10:50, Nathaniel Long, a semi-retired farmer of 69, arrived at the home of Judy Creighton and in Mirabel subdivision to return a garden hose। ਉਸ ਸਮੇਂ ਕਿੰਨਾ ਟਾਈਮ ਹੋਇਆ ਸੀਗਾ? 9:10 ਤਾਂ ਆਪਣੀ ਵਾਚ ਨੋਟ ਕਰੀ ਸੀ, ਯਾਦ ਹੈ? 9:15 ਦਾ ਟਾਈਮ ਵੀ ਨਹੀਂ ਸੀ ਹੋਇਆ, ਹੁਣ 10:15 ਹੋ ਗਏ, ਯਾਨੀ ਕਿ 1 ਘੰਟਾ ਹੋ ਗਿਆ ਉਹ ਉਵੇਂ ਹੀ ਝੂਲ ਰਿਹਾ ਹੈ। 1 ਘੰਟੇ 'ਚ ਜੋ ਆਪਾਂ ਪਹਿਲਾ ਪਹਿਰਾ ਪੜ੍ਹਿਆ ਨਾ ਕਿ ਕਦੇ ਉਹਨੂੰ ਪਕੜਨ ਦੀ ਕੋਸ਼ਿਸ਼ ਕਰਦੇ, ਫਿਰ ਉਹ ਪੰਚ ਕਰਦਾ, 1 ਘੰਟਾ ਚੱਲਦਾ ਰਿਹਾ। 10:15 ਵਜੇ ਨਥਾਨੀਅਲ ਲੌਂਗ ਇੱਕ ਪਰਸਨ ਦਾ ਨਾਮ ਹੈ ਜੀ, ਜੋ ਕਿ ਸੈਮੀ ਰਿਟਾਇਰਡ ਫਾਰਮਰ ਹੈ। ਮਤਲਬ ਕਿ ਹੁਣ ਉਹ ਖੇਤੀ ਨਹੀਂ ਕਰਦਾ, ਕਦੇ ਕਦੇ ਕਰ ਲੈਂਦਾ। ਸੈਮੀ ਰਿਟਾਇਰਡ ਫਾਰਮਰ ਦਾ ਮਤਲਬ ਕਿਸੇ ਟਾਈਮ ਉਹ ਫੁੱਲ ਫਲੈਸ਼ ਫਾਰਮਰ ਰਿਹਾ, ਅੱਜ ਕੱਲ੍ਹ ਉਹ ਫਾਰਮਰ ਨਹੀਂ ਹੈ, ਪਰ ਹਾਂ ਕਦੇ ਕਦੇ ਖੇਤੀ ਕਰ ਲੈਂਦਾ। 69 ਈਅਰਸ ਦਾ ਹੈ ਜੀ ਉਹ। ਤਾਂ ਉਹ ਜਿਹੜੀ ਮੈਰਾਬਲ ਸਬ ਡਿਵੀਜ਼ਨ ਹੈ ਨਾ, ਜਿਹਦਾ ਪਹਿਲਾਂ ਜ਼ਿਕਰ ਆਇਆ ਸੀ, ਐਕਚੁਅਲੀ ਮੈਨੂੰ ਲੱਗਿਆ ਕਿ ਆਫਿਸ ਹੈ, ਆਫਿਸ ਨਹੀਂ ਹੈ, ਇਹ ਇੱਕ ਰਿਹਾਇਸ਼ੀ ਏਰੀਆ ਹੈ, ਮੈਰਾਬਲ ਸਬ ਡਿਵੀਜ਼ਨ। ਤਾਂ ਉੱਥੇ ਇੱਕ ਕਿਸ ਦਾ ਘਰ ਹੈ? ਜਿਊਡੀ ਕ੍ਰੇਟਨ ਦਾ। ਤਾਂ ਜਿਊਡੀ ਕ੍ਰੇਟਨ ਦੇ ਘਰ ਆਉਂਦਾ ਹੈ। ਕਾਹਦੇ ਲਈ? ਉਸਨੇ ਇੱਕ ਗਾਰਡਨ ਹੋਜ਼ ਲਈ ਸੀ ਉੱਤੋਂ। ਗਾਰਡਨ ਹੋਜ਼ ਕੀ ਹੁੰਦੀ ਹੈ ਬੇਟਾ? ਗਾਰਡਨ 'ਚ ਜਿਹੜੀ ਪਾਈਪ ਲਾ ਕੇ ਆਪਾਂ ਪਾਣੀ ਵਗੈਰਾ ਪੌਦਿਆਂ ਨੂੰ ਪਾਉਂਦੇ ਹਾਂ ਨਾ, ਉਹ ਪਾਈਪ ਨੂੰ ਆਪਾਂ ਗਾਰਡਨ ਹੋਜ਼ ਕਹਿੰਦੇ ਹਾਂ। ਤਾਂ ਉਹ ਗਾਰਡਨ ਹੋਜ਼ ਉਹਨੇ ਲਈ ਹੋਣੀ ਜਿਊਡੀ ਤੋਂ, ਤਾਂ ਜਿਊਡੀ ਨੂੰ ਉਹ ਵਾਪਸ ਦੇਣ ਆਇਆ। ਹੁਣ ਤੁਹਾਨੂੰ ਯਾਦ ਹੈ ਕਿ ਜਿਹੜੀ ਇਹ ਆਵਾਜ਼ ਹੈ, ਇਹ ਡਾਊਨਵਿੰਡ ਵਾਲੀ ਆਵਾਜ਼ ਸੀਗੀ, ਜਿੱਧਰ ਉਹਨੇ ਹੈਲਪ ਕਰਕੇ ਬੋਲਿਆ ਸੀ, ਜਿਹੜਾ ਕਿ ਸਿਰਫ 400 ਮੀਟਰ ਦੂਰ ਸੀ। ਜਦੋਂ ਹੈਲਪ ਬੋਲਿਆ ਤਾਂ ਹੋ ਸਕਦਾ ਹੈ ਕਿ ਉਸੇ ਟਾਈਮ ਨਥਾਨੀਅਲ ਲੌਂਗ ਹੈ ਜਿਹੜਾ, ਉਹ ਜਿਊਡੀ ਕੋਲੇ ਆਇਆ ਸੀ ਉਸਦੀ ਗਾਰਡਨ ਹੋਜ਼ ਵਾਪਸ ਕਰਨ ਦੇ ਲਈ। The two were chatting when on the wind blowing from the hill behind the house। ਹੁਣ ਉਸ ਸਮੇਂ ਦੋਨੇ ਗੱਲਾਂ ਕਰ ਰਹੇ ਸੀ। ਕੌਣ ਕੌਣ? ਨਥਾਨੀਅਲ ਲੌਂਗ ਤੇ ਜਿਊਡੀ ਕ੍ਰੇਟਨ। ਇਹ ਦੋਨੇ ਜਣੇ ਗੱਲਾਂ ਕਰ ਰਹੇ ਸੀਗੇ, ਤੇ ਇੱਕਦਮ ਉਹਨਾਂ ਨੂੰ ਜਿਹੜੀ ਵਿੰਡ ਹੈ ਆਈ, ਬਲੋ ਕਰਦੀ ਹੋਈ ਹਵਾ ਚੱਲਦੀ ਹੋਈ ਆਈ ਹਿਲ ਤੋਂ, ਬਿਹਾਈਂਡ ਦਾ ਹਾਊਸ ਘਰ ਤੱਕ ਆਈ। ਯਾਦ ਹੈ ਨਾ, ਹਿਲ ਦੇ ਉੱਪਰ ਹੋ ਰਿਹਾ ਸਾਰਾ ਕੰਮ। ਇਹ ਹਿਲ ਦੇ ਉੱਪਰੋਂ ਦੀ ਵਿੰਡ ਚੱਲਦੀ ਹੋਈ ਜਿਹੜਾ ਮੈਰਾਬਲ ਸਬ ਡਿਵੀਜ਼ਨ 'ਚ ਜਿਊਡੀ ਦਾ ਘਰ ਹੈ ਉੱਥੇ ਤੱਕ ਆਈ। ਉੱਥੇ ਦੋਨੇ ਜਣੇ ਗੱਲਾਂ ਕਰ ਰਹੇ ਨੇ। ਲੌਂਗ ਹਰਡ ਅ ਫੇਂਟ ਕਰਾਈ ਫॉर ਹੈਲਪ। ਲੌਂਗ ਨੂੰ ਆਵਾਜ਼ ਹੁੰਦੀ ਹੈ ਜੀ ਹੈਲਪ ਦੀ, ਇੱਕ ਫੇਂਟ ਕਰਾਈ। ਫੇਂਟ ਦਾ ਮਤਲਬ ਮੱਧਮ ਜੀ,
ਬੜੀ ਹੌਲੀ ਜੀ ਆਵਾਜ਼, ਕਿਉਂਕਿ ਦੇਖੋ ਉਹਦੀ ਹੁਣ ਸ਼ਕਤੀ ਵੀ ਬੋਲਣ ਦੀ ਇੰਨੀ ਨਹੀਂ ਰਹੀ, ਖੂਨ ਵਗ ਰਿਹਾ ਹੈ, ਘੰਟੇ ਡੇਢ ਘੰਟੇ ਤੋਂ ਉਹ ਦੇਖੋ ਲੜ ਰਿਹਾ ਹੈ ਉਹਨਾਂ ਦੇ ਨਾਲ, ਡੌਗਸ ਦੇ ਨਾਲ, ਤਾਂ ਉਹਨੂੰ ਇੱਕ ਫੇਂਟ ਜੀ ਕਰਾਈ ਹੈਲਪ ਦੀ ਸੁਣਦੀ ਹੈ। 26th ਪੈਰਾ, somebody is in trouble, ਲੌਂਗ ਸੈਡ। ਉਹਨੂੰ ਜਿਹੜਾ ਨਥਾਨੀਅਲ ਲੌਂਗ ਹੈ ਉਹ ਕਹਿੰਦਾ ਵੀ ਕੋਈ ਬਈ ਟਰਬਲ 'ਚ ਹੈ, ਕੋਈ ਦਿੱਕਤ 'ਚ ਹੈ, somebody is in trouble, ਕੋਈ ਦਿੱਕਤ 'ਚ ਹੈ। he ran to his car, ਉਹ ਆਪਣੀ ਕਾਰ ਵੱਲ ਨੂੰ ਭੱਜਦਾ ਹੈ। he drove it, ਉਹ ਇਸ ਨੂੰ ਚਲਾਉਂਦਾ ਹੈ। bumping and wallowing, ਬੰਪਿੰਗ ਦਾ ਮਤਲਬ ਨਾ, ਕਿਉਂਕਿ ਦੇਖੋ ਹੁਣ ਹਿਲ ਦੀ ਤਰਫ ਜਾਣਾ ਉਸਨੇ, ਹੁਣ ਉਹ ਸਾਰਾ ਰਸਤਾ ਹਜੇ ਕੱਚਾ ਹੀ ਹੈ, ਪੱਕਾ ਤਾਂ ਹੈ ਨਹੀਂ, ਤਾਂ ਕਿਤੇ ਕਿਤੇ ਖੱਡੇ ਵੀ ਹੋਣਗੇ, ਤਾਂ ਬੰਪ ਕਰਦੀ ਹੋਈ ਗੱਡਿਆਂ ਦੇ ਵਿੱਚੋਂ, ਉਹਨੂੰ ਬੰਪਿੰਗ ਕਹਿੰਦੇ ਆ। ਤਾਂ ਬੰਪਿੰਗ ਕਰਦੀ ਗੱਡੀ ਜਾ ਰਹੀ ਹੈ। ਵੈਲੂਇੰਗ ਦਾ ਮਤਲਬ ਤੁਹਾਡੇ ਗਲੋਸਰੀ 'ਚ ਲਿਖਿਆ ਹੈ ਲਾਏ ਔਰ ਰੋਲ ਅਬਾਊਟ ਇਨ ਮਡ, ਚਿੱਕੜ ਦੇ ਵਿੱਚੋਂ ਦੀ ਜਾਂਦੀ ਉਹਨੂੰ ਵੈਲੋ ਕਹਿੰਦੇ ਆ। ਰਸਤਾ ਤਾਂ ਕੱਚਾ ਹੀ ਹੈ ਨਾ, ਤਾਂ ਬੰਪਿੰਗ ਕਰਦੀ ਹੋਈ, ਵੈਲੂਇੰਗ ਕਰਦੀ ਹੋਈ ਗੱਡੀ ਜਾ ਰਹੀ ਹੈ। ਆਊਟ ਇਨਟੂ ਦਾ ਸਕਰਬੀ ਫੀਲਡ, ਫਿਰ ਉਹ ਸਕਰਬੀ ਫੀਲਡ 'ਚੋਂ ਬਾਹਰ ਨਿਕਲਦੀ ਹੈ। ਸਕਰਬ ਇੱਥੇ ਬੇਟਾ ਝਾੜੀ ਨੂੰ ਕਿਹਾ ਜਾਂਦਾ ਹੈ, ਇਹ ਵੀ ਤੁਹਾਡੀ ਗਲੋਸਰੀ 'ਚ ਹੈ। ਸਕਰਬੀ ਕਵਰਡ ਵਿਦ ਸਕਰਬ, ਸਕਰਬ ਕਿਹਨੂੰ ਕਿਹਾ ਜਾਂਦਾ? ਝਾੜ, ਕਾਫੀ ਵੱਡਾ ਜਿਹੜਾ ਝਾੜ ਹੋਵੇ ਉਸ ਨੂੰ ਆਪਾਂ ਸਕਰਬ ਕਹਿੰਦੇ ਆ। ਅਪਹਿਲ ਇਨਟੂ ਦਾ ਵੁੱਡਸ, ਅਤੇ ਉਹ ਵੁੱਡ 'ਚ ਅਪਹਿਲ ਪਹੁੰਚ ਜਾਂਦਾ ਹੈ, ਮਤਲਬ ਕਿ ਪਹਾੜੀ ਤੇ ਪਹੁੰਚ ਜਾਂਦਾ। 27th ਪੈਰਾ, Ford had been warring with his captors for 2.5 hours and was totally exhausted. ਜਿਹੜਾ ਫੋਰਡ ਹੈ ਉਹ ਆਪਣੇ ਕੈਪਟਰਸ ਦੇ ਨਾਲ ਲਗਾਤਾਰ ਲੜ ਰਿਹਾ ਹੈ। ਵਾਰਿੰਗ, ਵਾਰ ਸ਼ਬਦ ਸਮਝਦੇ ਹੋ ਨਾ, ਵਾਰ, WAR, ਵਾਰ ਦਾ ਮਤਲਬ ਕੀ ਹੁੰਦਾ? ਲੜਾਈ ਜਾਂ ਯੁੱਧ। ਇੱਥੇ ਵਰਬ ਦੇ ਤੌਰ ਤੇ ਯੂਜ਼ ਹੋ ਰਹੀ ਹੈ, ਤਾਂ ਯੁੱਧ ਹੋ ਰਿਹਾ ਸੀ ਭਾਈ ਉਹਦਾ ਕੈਪਟਰਸ ਦੇ ਨਾਲ। ਕੈਪਟਰਸ ਕੀ ਹੈ? ਜਿਹੜੇ ਉਹਨੂੰ ਫੜੀ ਬੈਠੇ ਹੈ, ਫੜੀਓ ਬੈਠੇ ਨੇ, ਤਾਂ ਕੈਪਟਰਸ ਦਾ ਤੁਹਾਡੇ ਗਲੋਸਰੀ 'ਚ ਵੀ ਹੈ। ਤਾਂ ਕੈਪਟਰ, ਅ ਪਰਸਨ ਹੂ ਕੈਪਚਰਸ ਅ ਪਰਸਨ, ਇੱਕ ਪਰਸਨ ਜਿਹਨੇ ਦੂਜੇ ਪਰਸਨ ਨੂੰ ਕੈਪਚਰ ਕਰਿਆ ਹੋਇਆ, ਫੜ ਕੇ ਰੱਖਿਆ ਹੋਇਆ। ਫੜਨ ਵਾਲਾ ਹੀ ਕੰਮ ਹੈ, ਉਹਨੂੰ ਜਾਨ ਤਾਂ ਦੇ ਨਹੀਂ ਰਹੇ ਕਿਤੇ। ਹੁਣ ਉਹ 2.5 hours, 2.5 ਘੰਟਿਆਂ ਤੋਂ, ਤੁਸੀਂ ਅੰਦਾਜ਼ਾ ਲਾਓ, 2.5 ਘੰਟਿਆਂ ਤੋਂ ਉਹਨਾਂ ਦਾ ਮੁਕਾਬਲਾ ਕਰ ਰਿਹਾ। ਫਿਰ ਕੁਐਸਚਨ ਆ ਜਾਂਦਾ ਪੇਪਰ 'ਚ, ਮਲਟੀਪਲ ਚੋਇਸ, ਕਿੰਨੀ ਦੇਰ ਤੱਕ ਉਹ ਡੌਗਸ ਦਾ ਸਾਹਮਣਾ ਕਰਦਾ ਰਿਹਾ? 2.5 hours and was totally exhausted, exhausted ਫਿਰ ਆ ਗਿਆ, ਬੁਰੀ ਤਰ੍ਹਾਂ ਥੱਕ ਚੁੱਕਿਆ, ਉਹ ਥੱਕ ਕੇ ਚੂਰ ਹੋ ਗਿਆ। he had bitten the dogs badly around the head and shoulders, ਹੁਣ ਉਸਨੇ ਡੌਗਸ ਦੇ ਹੈਡ ਤੇ ਉਹਨਾਂ ਦੇ ਸ਼ੋਲਡਰਸ ਤੇ ਉਹਨੂੰ ਬੈਡਲੀ ਹਰਟ ਕਰਿਆ ਡੌਗਸ ਨੂੰ। ਉਹਨੂੰ ਪਤਾ ਨਾ ਕਿ ਪੰਚ ਵੀ ਮਾਰ ਰਿਹਾ, ਕਿੱਕ ਵੀ ਮਾਰ ਰਿਹਾ ਉਹ, ਤਾਂ ਉਹ ਉਸਨੇ, ਇਹ ਨਹੀਂ ਹੈ ਕਿ ਡੌਗ ਨਹੀਂ ਉਹਨੂੰ ਕੱਟਿਆ, ਉਹਨੇ ਵੀ ਡੌਗਸ ਨੂੰ ਬੈਡਲੀ ਇੰਜਰਡ ਕਰਿਆ। ਯੈਟ ਦੇ ਹਾਰਡਲੀ ਸੀਮਡ ਫੇਜ਼ਡ, ਪਰੰਤੂ ਫਿਰ ਵੀ ਇਹ ਲੱਗਦਾ ਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਹੈ। ਦੇ ਹਾਰਡਲੀ, ਹਾਰਡਲੀ ਦਾ ਮਤਲਬ ਹਮੇਸ਼ਾ ਬੇਟਾ ਨੈਗੇਟਿਵ ਸੈਂਸ 'ਚ ਹੁੰਦਾ ਹੈ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ। ਸੀਮਡ ਫੇਜ਼ਡ, ਫੇਜ਼ ਤੁਹਾਡੀ ਗਲੋਸਰੀ 'ਚ ਵੀ ਹੈ। ਤਾਂ ਫੇਜ਼ ਦਾ ਮਤਲਬ ਹੈ ਜੀ ਫਲਸਟਰਡ, ਕਨਫਿਊਜ਼ਡ, ਅਪਸੈਟ, ਦੁਖੀ ਕਰਨਾ। ਡੌਗ ਕੋਈ ਦੁਖੀ ਨਹੀਂ ਹੈਗੇ। ਦੇ ਸਟੂਡ ਵਿਦ ਦੇਅਰ ਆਈਜ਼ ਫਿਕਸਡ ਔਨ ਹਿਮ, ਹੁਣ ਇੱਥੇ ਦੇ ਦਾ ਮਤਲਬ ਦੋਨੇ ਡੌਗਸ ਦਾ ਹੈ, ਬਰਾਊਨ ਡੌਗ ਤੇ ਜਿਹੜੇ ਗ੍ਰੇ ਡੌਗ ਹੈ, ਉਹਨੂੰ ਟਿਕਟਕੀ ਬੰਦੀ ਦੇਖ ਰਹੇ ਨੇ। ਕਿਹਨੂੰ? ਫੋਰਡ ਨੂੰ। ਰੈਡੀ ਟੂ ਡਿਸਮੈਂਬਰ ਹਿਮ, ਤਿਆਰ ਨੇ ਉਹਦੀ ਚੀੜ ਫਾੜ ਕਰਨ ਲਈ। ਡਿਸਮੈਂਬਰ ਦਾ ਮਤਲਬ ਹੁੰਦਾ ਬੇਟਾ ਚੀਰ ਫਾੜ ਕਰਨੀ, ਕਿ ਹੁਣ ਆਵੇ ਹੱਥ 'ਚ ਇਹਨੂੰ ਕਰੀਏ ਸੈੱਟ। ਔਰ ਐਨੀ ਅਦਰ ਲਿਵਿੰਗ ਥਿੰਗ ਦੈਟ ਹੈਪਨਡ ਅਲੋਂਗ, ਜਾਂ ਕੋਈ ਵੀ ਚੀਜ਼, ਕੋਈ ਲਿਵਿੰਗ ਚੀਜ਼ ਆ ਜੇ, ਕੱਲਾ ਹੀ ਨਹੀਂ, ਫੋਰਡ ਨਹੀਂ, ਕੋਈ ਹੋਰ ਦਿਖ ਜੇ, ਉਹਨੂੰ ਵੀ ਉਹ ਖਤਮ ਕਰਨ ਲਈ ਤਿਆਰ ਬੈਠੇ ਨੇ। 28th ਪੈਰਾ, ਸਡਨਲੀ ਫੋਰਡ ਸਾ ਆ ਬਲੂ ਕਾਰ ਬਾਉਂਸਿੰਗ ਓਵਰ ਦਾ ਫੀਲਡ ਟੁਵਰਡਸ ਹਿਮ, ਅਚਾਨਕ ਫੋਰਡ ਨੂੰ ਇੱਕ ਬਲੂ ਕਾਰ ਦਿਖਦੀ ਹੈ, ਬਾਉਂਸਿੰਗ ਓਵਰ ਦਾ ਫੀਲਡ, ਫੀਲਡ ਦੇ ਵਿੱਚੋਂ ਬਾਉਂਸ ਕਰਦੀ ਹੋਈ, ਕਿਉਂਕਿ ਤੁਹਾਨੂੰ ਪਤਾ ਹੈ ਬੰਪੀ ਰੋਡ ਹੈ, ਤਾਂ ਬਾਉਂਸ ਜੀ ਕਰਦੀ ਆ ਰਹੀ ਹੈ ਟੁਵਰਡਸ ਹਿਮ, ਉਹਦੇ ਵੱਲ। ਇਟ ਸਟਾਪਡ 70 ਮੀਟਰਸ ਅਵੇ, ਤਾਂ ਉਹ ਉਸ ਤੋਂ 70 ਮੀਟਰ ਦੂਰ ਖੜ ਜਾਂਦੀ ਹੈ। ਐਂਡ ਅ ਮੈਨ ਗੋਟ ਆਊਟ, ਅਤੇ ਇੱਕ ਬੰਦਾ ਨਿਕਲਦਾ ਹੈ। ਐਂਡ ਵੇਵਡ, ਅਤੇ ਉਹ ਹੱਥ ਲਾਉਂਦਾ ਹੈ। ਹੁਣ ਉਹ ਬੰਦਾ ਕਿਹੜਾ ਸਾਨੂੰ ਪਤਾ ਹੈ? ਨਥਾਨੀਅਲ ਲੌਂਗ। ਵਾਈਲਡ ਡੌਗਸ, ਫੋਰਡ ਯੈਲਡ, ਤਾਂ ਫੋਰਡ ਚੀਖ ਕੇ ਬੋਲਦਾ ਹੈ। ਯੈਲ ਦਾ ਮਤਲਬ ਹੁੰਦਾ ਹੈ ਕ੍ਰਾਈਡ, ਕਿ ਜੰਗਲੀ ਕੁੱਤੇ ਹੈ। ਗੈਟ ਬੈਕ ਇਨ ਯੂਰ ਕਾਰ, ਆਪਣੀ ਕਾਰ ਦੇ ਵਿੱਚ ਜਾ ਵਾਪਸ। ਡੂ ਯੂ ਹੈਵ ਅ ਗਨ, ਕੀ ਤੇਰੇ ਕੋਲੇ ਗਨ ਹੈ? ਯੈਸ ਆਈ ਹੈਵ ਗੋਟ ਅ ਗਨ, ਕਹਿੰਦੇ ਮੇਰੇ ਕੋਲੇ ਹਾਂ ਇੱਕ ਗਨ ਹੈ। ਦ ਮੈਨ ਹੌਲਰਡ ਬੈਕ, ਉਸ ਨੂੰ ਵਾਪਸ ਆਵਾਜ਼ ਦਿੰਦਾ ਹੈ। ਇੱਕ ਵਰਡ ਵੀ ਆਇਆ ਤੁਹਾਡਾ, ਹੌਲਰ ਸ਼ਬਦ ਆਇਆ ਜੀ, ਹੌਲਰਡ ਬੈਕ, ਸ਼ਾਊਟ ਔਰ ਯੈਲ। ਯੈਲ ਹੋ ਗਿਆ, ਕਰਾਏ ਹੋ ਗਿਆ, ਸ਼ਾਊਟ ਹੋ ਗਿਆ, ਹੌਲਰ ਹੋ ਗਿਆ, ਦੇਖੋ ਸਾਰੇ ਸਿਨੋਨਿਮਸ ਹੈ, ਇੱਕੋ ਮਤਲਬ ਹੈ ਚਿੱਕਣਾ, ਜ਼ੋਰ ਨਾਲ ਚਿੱਕਣਾ। 29th ਪੈਰਾ, ਟੂ ਕੀਪ ਦਾ ਡੌਗਸ ਡਿਸਟਰੈਕਟਿਡ ਫੋਰਡ ਲਾਂਚਡ ਹਿਜ਼ ਹਾਰਡੈਸਟ ਆਫੈਂਸਿਵ ਯੈਟ, ਹੁਣ ਡੌਗਸ ਦਾ ਧਿਆਨ ਹਟਾਉਣ ਦੇ ਲਈ, ਡਿਸਟਰੈਕਟ ਦਾ ਮਤਲਬ ਕੀ ਹੁੰਦਾ? ਧਿਆਨ ਹਟਾਉਣਾ, ਤਾਂ ਧਿਆਨ ਹਟਾਉਣ ਦੇ ਲਈ ਫੋਰਡ ਕੀ ਕਰਦਾ ਹੈ? ਹਾਰਡੈਸਟ ਆਫੈਂਸਿਵ ਇੱਕ ਸਟਾਂਸ ਅਪਣਾਉਂਦਾ ਹੈ। ਆਫੈਂਸਿਵ ਤੁਹਾਡੀ ਗਲੋਸਰੀ 'ਚ ਵੀ ਹੈ, ਡਿਸਟਰੈਕਟਿਡ ਵੀ ਆਇਆ ਹੈ, ਡਿਸਟਰਬ ਉਹੀ ਧਿਆਨ ਹਟਾਉਣਾ, ਅਨੇਬਲ ਟੂ ਕਨਸੈਂਟਰੇਟ ਪ੍ਰੋਪਰਲੀ, ਜਦੋਂ ਆਪਾਂ ਕਨਸੈਂਟਰੇਟ ਨਹੀਂ ਕਰ ਪਾਉਂਦੇ। ਆਫੈਂਸਿਵ ਦਾ ਮਤਲਬ ਹੁੰਦਾ ਹੈ ਜੀ ਜਦ ਆਪਾਂ ਅਗਰੈਸਿਵ ਐਕਸ਼ਨ ਲੈਂਦੇ ਹਾਂ, ਮਤਲਬ ਕੋਈ ਹਮਲਾਵਰ ਰੁਖ ਅਪਣਾਉਂਦੇ ਆ, ਉਹਨੂੰ ਆਪਾਂ ਕਹਿੰਦੇ ਆ ਜੀ ਆਫੈਂਸਿਵ। ਤਾਂ ਫੋਰਡ ਕੀ ਕਰਦਾ ਹੈ ਜੀ? ਇੱਕ ਹਮਲਾਵਰ ਰੁਖ ਅਪਣਾਉਂਦਾ ਹੈ।
ਉਹ ਕਿਵੇਂ ਕਰਦਾ ਹੈ? ਹੀ ਕਲਾਈਮ ਡਾਊਨ ਫਰੋਮ ਦਾ ਟਰੀ, ਉਹ ਜਿਹੜੇ ਪਾਈਨ ਟਰੀ ਤੇ ਰੋਟਨ ਟਰੀ ਤੇ ਚੜਿਆ ਹੁੰਦਾ ਹੈ ਉਸ ਤੋਂ ਉਤਰ ਜਾਂਦਾ ਹੈ। ਇਮੀਡੀਏਟਲੀ ਇੱਕਦਮ ਦੇ ਸਟਾਰਟਿਡ ਲੀਪਿੰਗ ਐਂਡ ਸਨੈਪਿੰਗ ਐਟ ਹਿਮ, ਤਾਂ ਉਹ ਇੱਕਦਮ ਦੋਨੇ ਡੌਗ, ਬਰਾਊਨ ਡੌਗ ਤੇ ਗ੍ਰੇ ਡੌਗ, ਉਸ ਤੇ ਲੀਪ ਕਰਨਾ, ਕੁੱਦਣਾ ਅਤੇ ਉਸ ਨੂੰ ਝਪੱਟੇ ਮਾਰਨੇ ਸ਼ੁਰੂ ਕਰ ਦਿੰਦੇ। 30th ਪੈਰਾ, ਦਾ ਕਾਰ ਲੰਬਰਡ ਕਲੋਜ਼ਰ। ਲੰਬਰ ਦਾ ਮਤਲਬ ਹੁੰਦਾ ਹੈ ਮੂਵ ਸਲੋ, ਤਾਂ ਕਾਰ ਜਿਹੜੀ ਹੈ ਉਹ ਸਲੋਲੀ ਮੂਵ ਕਰਦੀ ਹੈ, ਥੋੜੀ ਹੋਰ ਆ ਜਾਂਦੀ ਹੈ। ਪਹਿਲਾਂ 70 ਮੀਟਰ ਤੇ ਸੀ ਨਾ, ਹੁਣ ਥੋੜੀ ਹੋਰ ਉਹਦੇ ਕੋਲੇ ਆ ਜਾਂਦੀ ਹੈ। ਲੌਂਗ ਟੁਕ ਹਿਸ ਗਨ, ਤਾਂ ਹੁਣ ਲੌਂਗ ਆਪਣੀ ਗਨ ਕੱਢ ਲੈਂਦਾ ਜਿਹੜੀ ਉਹਨੇ ਕਾਰ 'ਚ ਰੱਖੀ ਹੁੰਦੀ ਹੈ। ਫਰੋਮ ਅੰਡਰ ਹਿਸ ਸੀਟ, ਆਪਣੀ ਸੀਟ ਦੇ ਅੰਦਰ ਜਿਹੜੀ ਰੱਖੀ ਹੁੰਦੀ ਹੈ ਉਸਨੇ ਕੱਢ ਲੈਂਦਾ। ਲੀਡ ਆਊਟ ਆਫ ਦਾ ਵਿੰਡੋ, ਤੇ ਵਿੰਡੋ ਦੀ ਬਾਹਰ ਦੀ ਆਂਦਾ ਹੋਇਆ ਫਾਇਰਡ ਸੈਵਰਲ ਸ਼ਾਟਸ, ਕਾਫੀ ਸਾਰੇ ਸ਼ਾਟਸ ਚਲਾਉਂਦਾ ਹੈ। ਦਾ ਬਰਾਊਨ ਡੌਗ ਫੈਲ ਡੈਡ, ਤਾਂ ਕਈ ਸਾਰੇ ਜਦੋਂ ਸ਼ਾਟ ਚਲਾਉਂਦਾ ਹੈ ਤਾਂ ਜਿਹੜਾ ਬਰਾਊਨ ਡੌਗ ਹੈ ਉਹ ਤਾਂ ਮਰ ਜਾਂਦਾ, ਉਹਦੇ ਗੋਲੀ ਲੱਗਦੀ ਹੈ, ਇਟ ਫੈਲ ਡੈਡ। ਦਾ ਗ੍ਰੇ ਵਨ ਵੂਨਡਿਡ ਵਾਸ ਅਬਾਊਟ ਟੂ escape into the bushes, ਹੁਣ ਜਿਹੜਾ ਗ੍ਰੇ ਵਨ ਹੈ ਉਹ ਵੂਨਡਿਡ ਤਾਂ ਹੋ ਜਾਂਦਾ ਹੈ, ਜ਼ਖਮੀ ਤਾਂ ਹੋ ਜਾਂਦਾ ਹੈ, ਕੋਈ ਮਾੜਾ ਮੋਟਾ ਉਹਦੇ ਲੱਗਦਾ ਹੈ, ਪਰ ਉਹ escape ਕਰ ਜਾਂਦਾ ਹੈ, ਬਚ ਕੇ ਨਿਕਲ ਜਾਂਦਾ ਹੈ into the bushes, ਝਾੜੀਆਂ 'ਚ। 31st, no you don't, ਕਹਿੰਦੇ ਨਹੀਂ ਤੂੰ ਭੱਜ ਨਹੀਂ ਸਕਦਾ। you don't ਦਾ ਮਤਲਬ ਹੈ, ਉਹ ਇੱਥੇ ਯੂ ਕਿਹਨੂੰ ਕਿਹਾ ਜਾ ਰਿਹਾ? ਉਸੇ ਜਿਹੜਾ ਗ੍ਰੇ ਵਨ ਹੈ ਉਸ ਨੂੰ ਕਹਿ ਰਿਹਾ ਕਿ ਤੂੰ ਭੱਜ ਨਹੀਂ ਸਕਦਾ। ਫੋਰਡ ਮਟਰਡ, ਫੋਰਡ ਬੁੜਬੜਾਉਂਦਾ ਹੈ, ਹੌਲੀ ਹੌਲੀ ਬੋਲਦਾ ਹੈ। he was afraid the wounded beast might later attack someone else, ਉਹਨੂੰ ਲੱਗਦਾ ਹੈ, ਉਹਨੂੰ ਡਰ ਹੈ ਕਿ ਜਿਹੜਾ wounded beast ਹੈ, ਜ਼ਖਮੀ ਹੋਇਆ ਜਿਹੜਾ ਇਹ ਜੰਗਲੀ ਹੈ, beast ਦਾ ਮਤਲਬ ਜੰਗਲੀ, wild, ਇਹ ਜਿਹੜਾ ਜੰਗਲੀ ਹੈ ਕਿਸੇ ਤੇ ਹਮਲਾ ਫੇਰ ਕਰੂਗਾ। he asked loan for the gun, ਤਾਂ ਉਹ ਲੋਨ ਨੂੰ, ਨਥਾਨੀਅਲ ਲੋਂਗ ਨੂੰ ਕਹਿੰਦਾ ਤੂੰ ਮੈਨੂੰ ਆਪਣੀ ਗਨ ਦੇ। and staggered into the underbush after the still dangerous animal, ਅਤੇ ਜਿਹੜਾ ਹੁਣ ਹਜੇ ਵੀ ਸਟਿਲ ਡੇਂਜਰਸ ਐਨੀਮਲ, ਹਜੇ ਵੀ ਜਿਹੜਾ ਖਤਰਨਾਕ ਐਨੀਮਲ ਹੈ ਉਹਦੇ ਪਿੱਛੇ ਝਾੜੀਆਂ ਦੇ ਜਾਂਦਾ ਹੈ। ਸਟੈਗਰਡ, ਲੜਖੜਾਉਂਦੇ ਹੋਏ। ਸਟੈਗਰਡ ਦਾ ਮਤਲਬ ਹੈ ਲੜਖੜਾਉਣਾ, ਤੁਹਾਡੀ ਗਲੋਸਰੀ 'ਚ ਵੀ ਹੈ। ਤਾਂ ਸਟੈਗਰ ਇੱਕੋ ਸ਼ਬਦ ਆਇਆ ਜੀ। ਵਾਕ ਔਰ ਮੂਵ ਅਨਸਟੈਡੀਲੀ, ਜਦੋਂ ਤੁਸੀਂ ਮੂਵ ਅਨਸਟੈਡੀ ਕਰਦੇ ਹੋ, ਅਨਸਟੈਡੀਲੀ ਮੂਵ ਕਰਦੇ ਹੋ, ਲੜਖੜਾਉਂਦੇ ਹੋ ਜਾਂਦੇ ਹੋ, ਕਿਉਂਕਿ ਦੇਖੋ ਜ਼ਖਮੀ ਹੋਇਆ ਹੋਇਆ, ਗੋਡੇ ਤੇ ਸੱਟ ਹੈ, ਉਸਦੇ ਗਿੱਟੇ ਤੇ ਸੱਟ ਹੈ, ਨੈਕ ਤੇ ਵੀ ਉਹਦੀ ਇੰਜਰੀਜ਼ ਹੈ, ਤਾਂ ਉਹ ਲੜਖੜਾਉਂਦਾ ਹੋਇਆ ਜਾ ਰਿਹਾ ਹੈ। ਹੀ ਫਿਨਿਸ਼ਡ ਇਟ ਆਫ ਵਿਦ ਅ ਫਾਈਨਲ ਸ਼ਾਟ, ਤਾਂ ਕਈ ਸਾਰੇ ਸ਼ਾਟ ਉਹ ਵੀ ਲੈਂਦਾ ਹੈ, ਲੇਕਿਨ ਇਸ ਨੂੰ ਫਿਰ ਫਿਨਿਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਆਪਣੇ ਫਾਈਨਲ ਸ਼ਾਟ ਨਾਲ, ਜਿਹੜਾ ਉਹਦੇ ਕੋਲੇ ਇੱਕੋ ਹੀ ਗੋਲੀ ਰਹਿ ਜਾਂਦੀ ਹੈ, ਉਹਦੇ ਨਾਲ ਇਹ ਗ੍ਰੇ ਜਿਹੜਾ ਪਿਟਬੁਲ ਦਾ ਉਹਨੂੰ ਮਾਰ ਦਿੰਦਾ ਹੈ। 32nd, ਫੋਰਡ ਸੈਗਡ ਅਗੇਂਸਟ ਅ ਬੁਸ਼ ਐਂਡ ਗਲਪਡ ਏਅਰ, ਤਾਂ ਫੋਰਡ ਇੱਕ ਝਾੜੀ ਦੇ ਨਾਲ ਲੱਗ ਕੇ ਝੁਕ ਜਾਂਦਾ ਹੈ, ਮਤਲਬ ਥੋੜੀ ਦੇਰ ਰੈਸਟ ਕਰਦਾ, ਬੈਠ ਜਾਂਦਾ ਹੈ। ਐਂਡ ਗਲਪਡ ਏਅਰ, ਅਤੇ ਹਵਾ ਅੰਦਰ ਲੈ ਕੇ ਜਾਂਦਾ। ਇੱਥੇ ਗਲਪਡ ਏਅਰ ਤੁਹਾਡੀ ਗਲੋਸਰੀ 'ਚ ਵੀ ਹੈ। ਤਾਂ ਲਾਸਟ ਵਰਡ ਹੈ ਜੀ ਤੁਹਾਡੇ 32ਵੇਂ ਪੈਰੇ 'ਚ, ਬਰੀਥਡ ਇਨ ਏਅਰ ਵਿਦ ਐਨ ਐਫਰਟ ਟੂ ਰਿਕਵਰ ਫਰੋਮ ਪਾਰਸ਼ੀਅਲ ਸਫੋਕੇਸ਼ਨ। ਸਫੋਕੇਸ਼ਨ ਸਮਝਦੇ ਹੋ? ਜਦੋਂ ਆਪਾਂ ਨੂੰ ਬਿਲਕੁਲ ਸਾਹ ਨਾ ਲਿੱਤਾ ਜਾਵੇ, ਸਾਹ ਘੁੱਟੇ, ਉਹਨੂੰ ਸਫੋਕੇਸ਼ਨ ਕਹਿੰਦੇ ਆ। ਹੁਣ ਤੱਕ ਉਹਦਾ ਇੱਕ ਤਰ੍ਹਾਂ ਨਾਲ ਸਾਹ ਹੀ ਘੁੱਟਿਆ ਹੋਇਆ ਸੀ, ਉਹ ਡੌਗਸ ਨੇ ਉਹਦਾ ਸਾਹ ਘੁੱਟ ਕੇ ਰੱਖਿਆ ਹੋਇਆ ਸੀ, ਹੁਣ ਉਸ ਨੂੰ ਜਾਨ 'ਚ ਜਾਨ ਆਈ, ਹੁਣ ਉਹ ਪੂਰੀ ਤਰ੍ਹਾਂ ਹਵਾ ਨੂੰ ਅੰਦਰ ਲੈ ਕੇ ਗਿਆ। ਗਲਪਡ ਏਅਰ। ਆਈ ਵਿਲ ਨੈਵਰ ਬੀ ਏਬਲ ਟੂ ਥੈਂਕ ਯੂ ਇਨਫ, ਆਈ ਐਮ ਲੱਕੀ ਟੂ ਬੀ ਅਲਾਈਵ, ਹੀ ਸੈਡ ਟੂ ਲੌਂਗ, ਤਾਂ ਉਹ ਆ ਕੇ ਫਿਰ ਲੌਂਗ ਨੂੰ ਕਹਿੰਦਾ ਮੈਂ ਤੇਰਾ ਕਿਵੇਂ ਧੰਨਵਾਦ ਕਰਾਂ। ਆਈ ਵਿਲ ਨੈਵਰ ਬੀ ਏਬਲ ਟੂ ਥੈਂਕ ਯੂ ਇਨਫ, ਮੈਂ ਜਿੰਨਾ ਮਰਜ਼ੀ ਤੇਰਾ ਧੰਨਵਾਦ ਕਰਾਂ ਮੈਂ ਕਰ ਨਹੀਂ ਸਕਦਾ। ਕਹਿੰਦੇ ਮੈਂ ਲੱਕੀ ਹਾਂ ਕਿ ਮੈਂ ਅੱਜ ਜ਼ਿੰਦਾ। ਦੇਖੋ ਜੇ ਲੌਂਗ ਨਾ ਆਉਂਦਾ ਤਾਂ ਕੀ ਹੁੰਦਾ? ਨੈਚੁਰਲੀ ਉਸ ਨੇ ਗਿਰ ਜਾਣਾ ਸੀ ਬੇਹੋਸ਼ ਹੋ ਕੇ, ਕਿਉਂਕਿ ਲਗਾਤਾਰ ਬੇਟਾ ਖੂਨ ਦੀ ਕਮੀ ਹੋ ਰਹੀ ਸੀ ਉਹਦੇ ਅੰਦਰ, ਤਾਂ ਖੂਨ ਨਿਕਲ ਰਿਹਾ ਸੀ ਉਹਦੀ ਬੋਡੀ 'ਚੋਂ। ਜੇ ਸ਼ਾਇਦ ਅੱਧਾ ਪੌਣਾ ਘੰਟਾ 15 ਮਿੰਟ ਲੌਂਗ ਨਾ ਆਉਂਦਾ ਤਾਂ ਉਹ ਉੱਪਰੋਂ ਦੀ ਨੀਚੇ ਉਤਰ ਜਾਣਾ ਸੀ, ਤਾਂ ਡੌਗ ਤਾਂ ਤਿਆਰ ਬੈਠੇ ਸੀ। ਤਾਂ ਇਸੇ ਕਰਕੇ ਉਹ ਕਹਿ ਰਿਹਾ ਕਿ ਆਈ ਐਮ ਲੱਕੀ ਟੂ ਬੀ ਅਲਾਈਵ। ਲਾਸਟ ਪੈਰਾ ਹੈ ਜੀ 33ਵਾਂ, ਹਾਊ ਐਵਰ ਫੋਰਡ ਨਿਊ ਇਟ ਵਾਜ਼ ਮੋਰ ਦੈਨ ਲੱਕ, ਉਹਨੇ ਕਿਹਾ ਨਾ ਕਿ ਆਈ ਐਮ ਲੱਕੀ ਟੂ ਬੀ ਅਲਾਈਵ, ਕਹਿੰਦੇ ਮੈਂ ਲੱਕੀ ਹਾਂ ਕਿ ਮੈਂ ਅੱਜ ਜਿੰਦਾ ਹਾਂ, ਪਰ ਫੋਰਡ ਜਾਣਦਾ ਸੀ ਕਿ ਇਹ ਲੱਕ ਤੋਂ ਕੁਝ ਜ਼ਿਆਦਾ ਹੈ। ਉਹ ਕੱਲਾ ਲੱਕੀ ਨਹੀਂ ਸੀ, ਲੱਕ ਤੋਂ ਕੁਝ ਜ਼ਿਆਦਾ ਸੀ। ਜੇ ਕੱਲੀ ਉਹ ਲੱਕ ਤੇ ਛੱਡ ਦਿੰਦਾ ਫਿਰ ਤਾਂ ਮਰਿਆ ਮਰਾਇਆ ਸੀ। ਉਹਨੇ ਉੱਥੇ ਕੀ ਕਰਿਆ? ਉੱਥੇ ਉਸਨੇ ਉਹਨਾਂ ਦਾ ਮੁਕਾਬਲਾ ਕਰਿਆ। others might have surrendered to fear and simply given up, ਜੇ ਕੋਈ ਹੋਰ ਹੁੰਦਾ ਤਾਂ ਉਹ surrender to fear, ਡਰ ਦੇ ਅੱਗੇ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਸੀ, ਹੱਥ ਖੜੇ ਕਰ ਦੇਣੇ ਸੀ ਵੀ ਸਾਡੇ ਤੋਂ ਤਾਂ ਲੜਿਆ ਨਹੀਂ ਜਾਂਦਾ। ਐਂਡ ਸਿੰਪਲੀ ਗਿਵਨ ਅਪ, ਗਿਵਨ ਅਪ ਦਾ ਮਤਲਬ ਹਾਰ ਮੰਨ ਲੈਣਾ। ਦੇਖੋ ਗਿਵ ਦਾ ਮਤਲਬ ਹੁੰਦਾ ਦੇਣਾ, ਕੋਈ ਚੀਜ਼ ਦੇਣਾ, ਆਪਾਂ ਗਿਵ, ਗੇਵ, ਗਿਵਨ ਵਰਬ ਦੀਆਂ ਫਾਰਮਸ ਪੜ੍ਹੀਆਂ ਨੇ, ਪਰ ਜੇ ਆਪਾਂ ਗਿਵ ਦੇ ਪਿੱਛੇ ਬੇਟਾ ਯੂਪੀ ਅਪ ਪ੍ਰੈਪੋਜੀਸ਼ਨ ਲਾ ਦਈਏ ਤਾਂ ਮਤਲਬ ਬਿਲਕੁਲ ਚੇਂਜ ਹੋ ਜਾਂਦਾ। ਗਿਵ ਅਪ ਦਾ ਮਤਲਬ ਹੁੰਦਾ ਹੈ ਹਾਰ ਮੰਨਣੀ, ਜੇ ਆਪਾਂ ਹਾਰ ਮੰਨ ਲਈਏ ਉਸ ਨੂੰ ਆਪਾਂ ਕਹਿੰਦੇ ਆ ਗਿਵ ਅਪ। ਜੇ ਕੋਈ ਹੋਰ ਹੁੰਦਾ ਉਹ ਸਰੈਂਡਰ ਕਰ ਦਿੰਦਾ, ਆਪਣੇ ਹੱਥ ਖੜੇ ਕਰ ਦਿੰਦਾ ਅਤੇ ਹਾਰ ਮੰਨ ਲੈਂਦਾ। ਪਾਪਾ ਵਾਜ਼ ਰਾਈਟ, ਉਹਨੂੰ ਫਿਰ ਆਪਣੇ ਪਾਪਾ ਯਾਦ ਆਉਂਦੇ ਆ, ਫਾਦਰ ਸਾਹਿਬ ਯਾਦ ਆਉਂਦੇ ਆ। ਹੀ ਥੌਟ, ਉਹ ਸੋਚਦੇ ਸੀ, ਕੀਪ ਟਰਾਈਂਗ ਹਾਰਡਰ, ਕੋਸ਼ਿਸ਼ ਕਰਦੇ ਰਹੋ, ਕੀਪ ਟਰਾਈਂਗ ਹਾਰਡਰ, ਹੋਰ ਕੋਸ਼ਿਸ਼ ਕਰੋ, ਐਂਡ ਯੂ ਵਿਲ ਡੂ ਬੈਟਰ ਦੈਨ ਯੂ ਐਵਰ ਥੌਟ ਯੂ ਕੁਡ, ਕਹਿੰਦੇ ਤੁਸੀਂ
ਜਿੰਨਾ ਸੋਚ ਸਕਦੇ ਹੋ ਕਿ ਤੁਸੀਂ ਚੰਗਾ ਕਰੋਗੇ ਉਸ ਤੋਂ ਕਿਤੇ ਵਧੀਆ ਕਰੋਗੇ ਜੇ ਤੁਸੀਂ ਹੋਰ ਕੋਸ਼ਿਸ਼ ਕਰਦੇ ਰਹੋਗੇ। ਦਿਸ ਇਜ਼ ਦੀ ਐਂਡ ਆਫ ਯੋਰ ਸਟੋਰੀ। ਤਾਂ ਇਸ ਦੇ ਨਾਲ ਹੀ ਸਾਡੀ ਸਾਰੀ ਸਟੋਰੀ ਖਤਮ ਹੁੰਦੀ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੀ ਸਟੋਰੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਮੇਰੇ ਦੁਆਰਾ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਹੋਰ ਬਹੁਤ ਸਾਰੀਆਂ ਸਟੋਰੀਜ਼ ਦੇ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।